Hello everyone, welcome to Victor's Knowledge. This is Chinu Sharma, and today we are going to discuss another topic from Punjab Sub Inspector Syllabus 2021 ਤੇ ਜਿਹੜਾ ਅੱਜ ਦਾ ਟੌਪਿਕ ਹੈ ਇਹ ਆਪਣਾ ਕੰਪਿਊਟਰ ਨੌਲੇਜ ਡਿਜੀਟਲ ਅਵੇਅਰਨੈਸ ਸਬਜੈਕਟ ਦੇ ਵਿੱਚੋਂ ਹੈ। ਸੋ ਇਹ ਟੌਪਿਕ ਹੈ ਬੇਸਿਕਸ ਆਫ ਆਪਰੇਟਿੰਗ ਸਿਸਟਮ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਤੇ ਧਿਆਨ ਨਾਲ ਸਮਝਣ ਵਾਲਾ ਟੌਪਿਕ ਹੈ। And before starting with the topic, I want to share something with you guys. So I have launched my own handwritten history notes ਤੇ ਜਿਹੜੇ ਇਹ notes ਨੇ ਇਹਨਾਂ ਦੇ ਵਿੱਚ ਸਾਰਾ ਦਾ ਸਾਰਾ history ਦਾ topic ਇੱਕ ਜਗ੍ਹਾ ਤੇ ਤੁਹਾਨੂੰ compiled ਮਿਲ ਰਿਹਾ ਹੈ। ਸੋ ਇਹ ਪੂਰੇ complete notes ਨੇ ਇਹਦੇ ਵਿੱਚ ancient, medieval, modern, Sufi, Bhakti, for that matter even मैं South India history, Tamil history सब कुछ include ਕੀਤਾ ਹੈ। Buddhism, Jainism, everything is under one head। ਤੇ ਜੇ ਤੁਸੀਂ ਇਸ ਨੋਟਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਜਾਂ ਫਿਰ ਜਿਹੜਾ ਮੇਰਾ ਇੰਸਟਾਗ੍ਰam ਦਾ ਪੇਜ ਹੈ ਵਿਕਟਰਸ ਨੌਲੇਜ ਦੇ ਨਾਮ ਤੋਂ ਉੱਥੇ ਮੈਨੂੰ ਡਾਇਰੈਕਟ ਮੈਸੇਜ ਸੈਂਡ ਕਰ ਸਕਦੇ ਹੋ। ਤੇ ਇਹਨਾਂ ਨੋਟਸ ਦਾ ਜਿਹੜਾ ਰੇਟ ਹੈ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ, ਸਿਰਫ 200 ਰੁਪੀਜ਼। ਸੋ ਇਹ ਮੇਰੇ ਨੋਟਸ ਦਾ ਗਲਿੰਪਸ ਹੈ, ਤੁਸੀਂ ਦੇਖ ਸਕਦੇ ਹੋ। ਨਾਓ ਮੂਵਿੰਗ ਵਿਦ ਦ ਟੌਪਿਕ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਆਪਰੇਟਿੰਗ ਸਿਸਟਮ ਦਾ ਮਤਲਬ ਕੀ ਹੈ। ਆਪਰੇਟਿੰਗ ਵਰਡ ਦਾ ਮਤਲਬ ਕੀ ਹੈ? ਆਪਰੇਟਿੰਗ ਦਾ ਮਤਲਬ ਹੈ ਕਿਸੇ ਚੀਜ਼ ਨੂੰ ਚਲਾਉਣਾ। ਸੋ ਕਹਿੰਦੇ ਆਪਰੇਟਿੰਗ ਸਿਸਟਮ ਕੀ ਕਰਦਾ? ਕੋਈ ਵੀ ਇਹੋ ਜਿਹੀ ਚੀਜ਼ ਜਿਹਦੇ ਵਿੱਚ ਇੱਕ ਹਾਰਡਵੇਅਰ ਹੋਵੇ ਤੇ ਬਾਹਰ ਉਹਨੂੰ ਯੂਜ਼ ਕਰਨ ਦੇ ਲਈ ਕੋਈ ਬੰਦਾ ਬੈਠਾ ਹੋਵੇ, ਕੋਈ ਯੂਜ਼ਰ ਹੋਵੇ। ਸੋ ਕਹਿੰਦੇ ਆਪਰੇਟਿੰਗ ਸਿਸਟਮ ਇੱਕ ਯੂਜ਼ਰ ਤੇ ਇੱਕ ਹਾਰਡਵੇਅਰ ਦੇ ਵਿੱਚ ਇੱਕ ਇੰਪੋਰਟੈਂਟ ਕੰਮ ਕਰਦਾ ਹੈ। ਸੋ ਆਪਰੇਟਿੰਗ ਸਿਸਟਮ ਕੀ ਹੈ? ਮੋਸਟ ਇੰਪੋਰਟੈਂਟ ਪ੍ਰੋਗਰਾਮ that is required by the computer। ਇੱਕ ਕੰਪਿਊਟਰ ਨੂੰ ਚੱਲਣ ਦੇ ਲਈ ਜਿਹੜੇ ਸਿਸਟਮ ਦੀ ਜ਼ਰੂਰਤ ਹੈ, ਤੁਸੀਂ ਇਹ ਸਮਝ ਲਓ ਕਿ ਜਿਵੇਂ ਆਪਣੀ ਹਿਊਮਨ ਬਾਡੀ ਨੂੰ ਆਪਣਾ ਨਰਵਸ ਸਿਸਟਮ ਚਲਾਉਂਦਾ, ਜੋ ਵੀ ਆਪਣੀ ਪੂਰੀ ਬਾਡੀ ਹੈ ਇਹ ਬਹੁਤ ਸਾਰੀਆਂ ਨਰਵਸ ਦੀ ਬਣੀ ਹੋਈ ਹੈ, ਇੱਕ ਨਰਵਸ ਸਿਸਟਮ ਚਲਾਉਂਦਾ। ਫਿਰ ਆਪਣੇ ਕੋਲ ਬਹੁਤ ਸਾਰੇ ਡਾਈਜੈਸਟਿਵ ਸਿਸਟਮ ਹੈ, ਰਿਪਰੋਡਕਸ਼ਨ ਸਿਸਟਮ ਹੈ। ਸੋ ਕਹਿੰਦੇ ਜਿਵੇਂ ਇੱਕ ਹਿਊਮਨ ਬਾਡੀ ਨੂੰ ਚੱਲਣ ਲਈ ਅੱਡ-ਅੱਡ ਸਿਸਟਮਸ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇੱਕ ਕੰਪਿਊਟਰ ਨੂੰ ਚੱਲਣ ਲਈ ਆਪਰੇਟਿੰਗ ਸਿਸਟਮ ਦੀ ਲੋੜ ਹੈ। ਸੋ ਜਿਹੜਾ ਆਪਰੇਟਿੰਗ ਸਿਸਟਮ ਹੈ ਇਹ ਹੈਲਪ ਕਰਦਾ ਹੈ ਟੂ ਕਮਿਊਨੀਕੇਟ ਵਿਦ ਯੂਜ਼ਰ ਐਂਡ ਅਦਰ ਹਾਰਡਵੇਅਰ ਡਿਵਾਈਸਿਸ, ਜਿਨ੍ਹਾਂ ਨੂੰ ਆਪਾਂ ਪੈਰੀਫਰਲਸ ਕਹਿ ਲੈਂਦੇ ਹਾਂ, ਜਿਹੜੇ ਉਹਦੇ ਨਾਲ ਅਟੈਚ ਹੁੰਦੇ ਨੇ। ਸੋ ਪੈਰੀਫਰਲਸ ਦਾ ਮਤਲਬ ਹੈ ਕਿ ਇੱਕ ਯੂਜ਼ਰ ਜਾਂ ਫਿਰ ਜੇ ਬਾਹਰੋਂ ਆਪਾਂ ਨੇ, ਜਿਵੇਂ ਫੋਰ ਐਗਜ਼ਾਮਪਲ ਆਪਾਂ ਨੇ ਆਪਣਾ ਮੋਬਾਈਲ ਕੰਪਿਊਟਰ ਨਾਲ ਕਨੈਕਟ ਕੀਤਾ ਹੈ, ਸੋ ਆਪਾਂ ਡੇਟਾ ਕੇਬਲ ਦੇ ਨਾਲ ਆਪਣਾ ਕੰਪਿਊਟਰ ਨਾਲ ਮੋਬਾਈਲ ਅਟੈਚ ਕਰ ਲੈਂਦੇ ਹਾਂ। ਸੋ ਹੁਣ ਜਿਹੜਾ ਸਿਸਟਮ ਆਪਣਾ ਸਾਰਾ ਸਮਾਨ ਕੰਪਿਊਟਰ ਤੋਂ, ਲੈਪਟਾਪ ਤੋਂ ਫੋਨ 'ਚ ਟ੍ਰਾਂਸਫਰ ਕਰਦਾ, ਸੋ ਉਹ ਜਿਹੜਾ ਇੱਕ ਸਿਸਟਮ ਹੈ ਜਿਹਦੀ ਹੈਲਪ ਦੇ ਨਾਲ ਸਾਰਾ ਅੰਦਰਲਾ ਕੰਮ ਹੈ ਜਿਹੜਾ ਹਾਰਡਵੇਅਰ ਦਾ ਉਹ ਬਾਹਰ ਤੱਕ ਪਹੁੰਚਦਾ ਹੈ, ਉਸ ਸਿਸਟਮ ਨੂੰ ਆਪਾਂ ਆਪਰੇਟਿੰਗ ਸਿਸਟਮ ਕਹਿੰਦੇ ਹਾਂ। So operating system is also a platform that decide the type of application that can be run on a computer। So ਜਿਸ ਤਰ੍ਹਾਂ ਦਾ ਤੁਹਾਡਾ operating system ਹੈ ਉਹ decide ਕਰੂ ਕਿ ਤੁਸੀਂ ਆਪਣੇ ਕੰਪਿਊਟਰ 'ਚ, ਲੈਪਟਾਪ 'ਚ ਕੀ ਚੀਜ਼ਾਂ use ਕਰ ਸਕਦੇ ਹੋ, ਕਿਹੜੀਆਂ applications ਦੀ ਵਰਤੋਂ ਕਰ ਸਕਦੇ ਹੋ। For example ਹੁਣ ਆਪਾਂ ਸਾਰਾ youth ਹੈ ਜਿਵੇਂ, ਤਾਂ ਆਪਾਂ ਨੂੰ ਫੋਨ ਦੀ ਐਗਜ਼ਾਮਪਲ ਦੇ ਨਾਲ ਬਹੁਤ ਛੇਤੀ ਚੀਜ਼ਾਂ ਸਮਝ ਆ ਜਾਂਦੀਆਂ ਨੇ। ਸੋ ਜੇ ਆਪਾਂ ਮੋਬਾਈਲ ਦੀ ਗੱਲ ਕਰੀਏ ਤਾਂ ਜਿਹੜਾ ਐਂਡਰੋਇਡ ਸਿਸਟਮ ਹੈ ਉਹ ਵੀ ਇੱਕ ਆਪਰੇਟਿੰਗ ਸਿਸਟਮ ਹੈ, ਤੇ ਮੈਂ ਅੱਗੇ ਵੀਡੀਓ ਦੇ ਵਿੱਚ ਅਲੱਗ ਤੋਂ ਇਹਦੇ ਬਾਰੇ ਵੀ ਡਿਸਕਸ਼ਨ ਕਰੂੰਗੀ। ਸੋ ਤੁਸੀਂ ਫਿਲਹਾਲ ਲਈ ਇੰਟਰੋਡਕਸ਼ਨ ਦੇ ਲਈ ਇੰਨਾ ਕੁ ਸਮਝ ਲਓ ਕਿ ਜਿਵੇਂ ਇੱਕ ਬੰਦੇ ਕੋਲ ਐਂਡਰੋਇਡ ਫੋਨ ਹੈ, ਇੱਕ ਕੋਲ ਹੈ iOS ਐਪਲ ਦਾ। ਸੋ ਜਿਹੜਾ ਐਪਲ ਦਾ ਆਪਰੇਟਿੰਗ ਸਿਸਟਮ ਹੈ ਉਹ iOS ਹੈ, ਉਹਦੇ ਵਿੱਚ ਸਿਰਫ ਔਰ ਸਿਰਫ ਤੁਸੀਂ ਜੋ ਐਪਲ ਸਟੋਰ ਤੋਂ ਐਪਲੀਕੇਸ਼ਨ ਡਾਊਨਲੋਡ ਕਰਦੇ ਹੋ, ਬਾਏ ਕਰਦੇ ਹੋ, ਉਹੀ ਚਲਾ ਸਕਦੇ ਹੋ। ਸੋ ਜਿਹੜਾ ਐਂਡਰੋਇਡ ਆ ਉਹਦੇ ਵਿੱਚ ਆਪਾਂ ਐਪਲ ਵਾਲੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਐਪਲ ਸਟੋਰ ਦੇ ਜ਼ਰੀਏ ਬਾਏ ਨਹੀਂ ਕਰ ਸਕਦੇ। ਐਂਡਰੋਇਡ ਦਾ ਇੱਕ ਆਪਣਾ ਪਲੇ ਸਟੋਰ ਹੁੰਦਾ। ਸੋ ਕਹਿੰਦੇ ਜਿਹੜਾ ਵੀ ਆਪਣਾ ਇੱਕ ਅਲੱਗ ਸਿਸਟਮ ਹੈ ਕਿਸੇ ਵੀ ਕੰਪਿਊਟਰ ਰਿਲੇਟਿਡ ਡਿਵਾਈਸ ਦਾ, ਚਾਹੇ ਲੈਪਟਾਪ ਹੈ, ਫੋਨ ਹੈ ਜਾਂ ਤੁਹਾਡਾ ਪੀਸੀ ਹੈ, ਪਰਸਨਲ ਕੰਪਿਊਟਰ ਹੈ। ਸੋ ਜੋ ਸਿਸਟਮ ਇੱਕ ਚੀਜ਼ ਨੂੰ ਚਲਾਉਂਦਾ ਹੈ ਉਹ ਪੂਰੇ ਸਿਸਟਮ ਨੂੰ ਆਪਾਂ ਆਪਰੇਟਿੰਗ ਸਿਸਟਮ ਕਹਾਂਗੇ। ਸੋ ਉਰੇ ਤੁਸੀਂ ਇਹ ਫਿਗਰ ਦੇ ਵਿੱਚ ਦੇਖ ਸਕਦੇ ਹੋ ਕਿ ਆ ਆਪਰੇਟਿੰਗ ਸਿਸਟਮ ਹੈ। ਸੋ ਜੋ ਵੀ ਆਪਣਾ ਕੰਪਿਊਟਰ ਹੈ, ਹਾਰਡਵੇਅਰ ਹੈ, ਉਹਦੇ ਵਿੱਚ ਜਿੰਨਾ ਵੀ ਕੁਝ ਚੱਲ ਰਿਹਾ ਐਪਲੀਕੇਸ਼ਨਸ ਨੇ, ਉਹਨੂੰ ਬਾਹਰ ਦੇ ਸਿਸਟਮ ਤੱਕ ਕਨੈਕਟ ਕਰਨ ਦੇ ਲਈ, ਉਹਨੂੰ ਯੂਜ਼ਰ ਤੱਕ ਜੋ ਆਪਾਂ ਯੂਜ਼ ਕਰ ਰਹੇ ਹਾਂ ਉਹਦੇ ਤੱਕ ਕਨੈਕਟ ਕਰਨ ਦੇ ਲਈ ਵਿੱਚ ਇੱਕ ਬ੍ਰਿਜ ਦਾ, ਇੱਕ
ਪੁਲ ਦਾ ਕੰਮ ਕਰ ਰਿਹਾ ਆਪਰੇਟਿੰਗ ਸਿਸਟਮ। ਸੋ ਉਸ ਤੋਂ ਬਾਅਦ ਆਉਂਦਾ ਹੈ ਕਿ ਆਪਰੇਟਿੰਗ ਸਿਸਟਮ ਬਾਰੇ ਆਪਾਂ ਥੋੜਾ ਜਿਹਾ ਹੋਰ ਦੇਖ ਲੈਂਦੇ ਆ ਕਿ ਇਹਦੇ ਵਿੱਚ ਕਿਹੜੇ-ਕਿਹੜੇ ਮੇਨ ਇੰਪੋਰਟੈਂਟ ਚੀਜ਼ਾਂ ਆਉਂਦੀਆਂ ਨੇ, ਕਿਹੜੇ ਮੇਨ ਫੰਕਸ਼ਨਸ ਨੇ। ਸੋ ਆਪਰੇਟਿੰਗ ਸਿਸਟਮ ਇਜ਼ ਅ ਸੌਫਟਵੇਅਰ which perform all the basic task, ਜਿੰਨੇ ਵੀ ਇੱਕ ਕੰਪਿਊਟਰ ਦੇ ਅੰਦਰ ਚੱਲਣ ਵਾਲੇ ਬੇਸਿਕ ਕੰਮ ਨੇ ਸਾਰੇ ਦੇ ਸਾਰੇ ਆਪਰੇਟਿੰਗ ਸਿਸਟਮ ਦੀ ਹੈਲਪ ਨਾਲ ਹੀ ਹੁੰਦੇ ਨੇ। ਚਾਹੇ ਕੋਈ ਫਾਈਲਾਂ ਨੂੰ ਮੈਨੇਜ ਕਰਨਾ ਹੈ, ਕੋਈ ਮੈਮਰੀ ਦੀ ਸਟੋਰੇਜ ਆ, ਕੋਈ ਚੀਜ਼ਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਣਾ ਹੈ, ਕੋਈ ਪ੍ਰੋਸੈਸਿੰਗ ਕਰਨੀ ਹੈ, ਜਾਂ ਫਿਰ ਕਿਸੇ ਵੀ ਤਰੀਕੇ ਦਾ, ਜਿਵੇਂ ਮੈਂ ਤੁਹਾਨੂੰ ਡੇਟਾ ਕੇਬਲ ਦੀ ਐਗਜ਼ਾਮਪਲ ਦੇ ਕੇ ਸਮਝਾਇਆ ਸੀ, ਕੋਈ ਇਨਪੁਟ ਆਊਟਪੁਟ, ਕੋਈ ਚੀਜ਼ ਪਾਉਣੀ ਹੈ, ਕੋਈ ਚੀਜ਼ ਕੱਢਣੀ ਹੈ, ਸਾਰੇ ਦੇ ਸਾਰੇ ਕੰਮ ਕੌਣ ਕਰ ਰਿਹਾ ਹੈ? ਆਪਰੇਟਿੰਗ ਸਿਸਟਮ। ਸੋ ਕੁਝ ਪਪੂਲਰ ਆਪਰੇਟਿੰਗ ਸਿਸਟਮ ਜਿਹੜੇ ਕਿ ਆਪਾਂ ਰੋਜ਼ ਆਪਣੀ ਮਰਜ਼ੀ ਦੀ ਜ਼ਿੰਦਗੀ 'ਚ ਦੇਖਦੇ ਹਾਂ, ਆਪਾਂ ਨੇ ਨਾਮ ਸੁਣਦੇ ਰਹਿੰਦੇ ਹਾਂ। ਸੋ ਇਹ ਹੈਗੇ ਨੇ Linux ਆਪਰੇਟਿੰਗ ਸਿਸਟਮ, ਵਿੰਡੋ ਆਪਰੇਟਿੰਗ ਸਿਸਟਮ, VMS, OS, AIX ਤੇ ZOS। ਸੋ ਹੁਣ ਆਪਾਂ ਕੁਝ ਇੰਪੋਰਟੈਂਟ ਫੰਕਸ਼ਨ ਦੇਖ ਲੈਂਦੇ ਹਾਂ ਕਿ ਆਪਰੇਟਿੰਗ ਸਿਸਟਮ ਕੀ ਕੰਮ ਕਰਦਾ। ਸੋ ਇਹ ਮੈਮਰੀ ਨੂੰ ਮੈਨੇਜ ਕਰਕੇ ਰੱਖਦਾ, ਜੋ ਵੀ ਜਿਵੇਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, CPU ਆ, ਜਾਂ ਆਪਣੇ ਕੰਪਿਊਟਰ ਜੋ ਵੀ ਸਮਾਨ ਪਿਆ ਉਹ ਸਹੀ ਸਲਾਮਤ ਇੱਕ ਜਗ੍ਹਾ ਤੇ ਰਹੇ, ਜਦੋਂ ਆਪਾਂ ਨੂੰ ਜ਼ਰੂਰਤ ਹੈ ਆਪਾਂ ਉਹਨੂੰ ਚੱਕ ਕੇ ਯੂਜ਼ ਕਰ ਲਈਏ। ਸੋ ਜਿਹੜਾ ਵੀ ਮੈਮਰੀ ਮੈਨੇਜਮੈਂਟ ਦਾ ਕੰਮ ਹੈ ਉਹ ਸਾਰਾ ਦਾ ਸਾਰਾ ਆਪਰੇਟਿੰਗ ਸਿਸਟਮ ਕਰਦਾ ਹੈ। ਸੋ ਹੋਰ ਇਹ ਕਿਹੜੇ-ਕਿਹੜੇ ਕੰਮ ਕਰਦਾ ਹੈ? ਪ੍ਰੋਸੈਸਰ ਨੂੰ ਦੇਖਦਾ, ਡਿਵਾਈਸ ਵੱਲ ਦੇਖਦਾ, ਫਾਈਲਾਂ ਨੂੰ ਮੈਨੇਜ ਕਰਕੇ ਰੱਖਦਾ, ਸਿਕਿਉਰਿਟੀ ਸੇਫਲੀ ਆਪਣਾ ਸਮਾਨ ਰੱਖਦਾ ਹੈ। ਇਹ ਨਹੀਂ ਕਿ ਜੇ ਤੁਸੀਂ ਜਿਵੇਂ ਕੋਈ ਚੀਜ਼ ਆਪਣੀ ਫਾਈਲ ਬਣਾ ਕੇ ਕੰਪਿਊਟਰ ਲੈਪਟਾਪ 'ਚ ਪਾਤੀ ਤਾਂ ਉਹਨੂੰ ਕੋਈ ਵੀ ਰੈਂਡਮਲੀ ਯੂਜ਼ ਕਰ ਲੂ, ਤੁਸੀਂ ਉਹਦੇ ਉੱਤੇ ਲੌਕ ਲਗਾ ਸਕਦੇ ਹੋ, ਤੁਸੀਂ ਆਪਣੇ ਕੰਪਿਊਟਰ ਦਾ ਇੱਕ ਪਾਸਵਰਡ ਰੱਖ ਸਕਦੇ ਹੋ, ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਉਹ ਚੀਜ਼ ਕਿੱਥੇ ਰੱਖੀ ਹੈ, ਕਿਹੜੇ ਫੋਲਡਰ 'ਚ, ਕਿਹੜੇ ਫਾਈਲ 'ਚ ਰੱਖੀ ਹੈ, ਜਾਂ ਫਿਰ ਤੁਹਾਡੇ ਕੰਪਿਊਟਰ ਨੂੰ ਪਤਾ ਹੈ। ਸੋ ਜਿਹੜੀ ਵੀ ਇਹ ਮੈਨੇਜਮੈਂਟ ਹੈ ਸੇਫਟੀ ਦੀ, ਸਿਕਿਉਰਿਟੀ ਦੀ, ਇਹ ਸਾਰੀ ਦੀ ਸਾਰੀ ਆਪਰੇਟਿੰਗ ਸਿਸਟਮ ਦੀ ਮਦਦ ਦੇ ਨਾਲ ਹੀ ਕੀਤੀ ਜਾਂਦੀ ਹੈ। ਫਿਰ ਕਹਿੰਦੇ ਕੋਈ ਪ੍ਰੋਪਰ ਕੰਮ ਕਰਨਾ, ਉਹਦੇ ਉੱਤੇ ਕੰਟਰੋਲ, ਕੋਈ ਐਰਰ, ਕੋਈ ਗਲਤੀਆਂ ਲੱਭਣੀਆਂ ਨੇ, ਸਾਰਾ ਕੁਝ ਕੌਣ ਕਰਦਾ ਹੈ? ਆਪਰੇਟਿੰਗ ਸਿਸਟਮ। ਸੋ ਤੁਸੀਂ ਇਹ ਸਮਝ ਲਓ ਵੀ ਓਵਰਆਲ ਮੋਟਾ-ਮੋਟਾ ਕਿ ਜੋ ਵੀ ਇੱਕ ਕੰਪਿਊਟਰ ਦੇ ਅੰਦਰ ਅਸਲੀ ਕੰਮ ਹੁੰਦਾ ਹੈ ਸਾਰਾ ਆਪਰੇਟਿੰਗ ਸਿਸਟਮ ਦੀ ਮਦਦ ਨਾਲ ਹੁੰਦਾ ਹੈ। ਹੁਣ ਤੁਸੀਂ ਮੰਨ ਲਓ ਕਿ ਕੰਪਿਊਟਰ ਹੈ ਇੱਕ, ਉਹਦੇ 'ਚ ਆਪਾਂ ਵਿੰਡੋ, ਆਪਾਂ ਕਹਿ ਦਿੰਦੇ ਹਾਂ ਕਿ ਵਿੰਡੋ ਉੜ ਗਈ। ਪਹਿਲਾਂ ਜਦੋਂ ਆਪਣੇ ਕੋਲ, ਹੁਣ ਤਾਂ ਲੈਪਟਾਪਸ ਆ ਗਏ, ਜਦੋਂ ਆਪਣੇ ਕੋਲ ਪਰਸਨਲ ਕੰਪਿਊਟਰ ਹੁੰਦੇ ਸੀ ਉਦੋਂ ਇੱਕ ਪ੍ਰੋਬਲਮ ਬਹੁਤ ਆਉਂਦੀ ਸੀ। ਸੋ ਵਿੰਡੋ ਉੜਨ ਦਾ ਮਤਲਬ ਸੀ ਕਿ ਆਪਣਾ ਆਪਰੇਟਿੰਗ ਸਿਸਟਮ ਉੜ ਗਿਆ। ਕੀ ਤੁਸੀਂ ਇੱਕ ਵਿੰਡੋ ਉੜੀ ਦੇ ਟਾਈਮ ਆਪਣਾ ਕੰਪਿਊਟਰ, ਆਪਣਾ ਲੈਪਟਾਪ ਯੂਜ਼ ਕਰ ਸਕਦੇ ਹੋ? ਨਹੀਂ। ਸੋ ਤੁਸੀਂ ਉਰੋਂ ਹੀ ਹਿਸਾਬ ਲਾ ਲਓ ਵੀ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਕਿੰਨਾ ਜ਼ਰੂਰੀ ਹੈ ਇੱਕ ਕੰਪਿਊਟਰ ਲਈ, ਇੱਕ ਲੈਪਟਾਪ ਲਈ। ਉਹਦੇ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ। ਜੋ ਵੀ ਕੰਪਿਊਟਰ ਦਾ ਕੰਮ ਹੈ ਸਾਰੇ ਦੇ ਸਾਰੇ ਫੰਕਸ਼ਨਸ ਆਪਰੇਟਿੰਗ ਸਿਸਟਮ ਕਰ ਰਿਹਾ। ਸੋ ਹੁਣ ਜਿਹੜੇ ਮੈਂ ਪਿੱਛੇ ਫੰਕਸ਼ਨਸ ਦੀ ਗੱਲ ਕਰਕੇ ਹਟੀਆਂ, ਆਪਾਂ ਉਹਨਾਂ ਨੂੰ ਥੋੜਾ ਡਿਟੇਲ 'ਚ ਦੇਖ ਲੈਂਦੇ ਹਾਂ ਕਿ ਅਲੱਗ-ਅਲੱਗ ਇਹ ਫੰਕਸ਼ਨਸ ਹੈ ਕੀ। ਸੋ ਪਹਿਲਾ ਇੰਪੋਰਟੈਂਟ ਫੰਕਸ਼ਨ ਹੈ ਆਪਰੇਟਿੰਗ ਸਿਸਟਮ ਦਾ ਮੈਮਰੀ ਨੂੰ ਮੈਨੇਜ ਕਰਨਾ। ਸੋ ਇਹ ਕਿਸ ਤਰ੍ਹਾਂ ਦੀ ਮੈਮਰੀ ਨੂੰ ਮੈਨੇਜ ਕਰਦਾ ਹੈ? ਜੋ ਵੀ ਆਪਣੇ CPU ਤੋਂ ਫਾਸਟ ਸਟੋਰੇਜ ਦੇ ਨਾਲ ਚੀਜ਼ ਆਪਣੇ ਕੋਲ ਆਉਂਦੀ ਹੈ, ਆਪਣੇ ਕੋਲ ਡੇਟਾ ਆਉਂਦਾ, ਕੋਈ ਵੀ ਸਮਾਨ ਆਉਂਦਾ ਜਿਹਨੂੰ ਆਪਾਂ ਪ੍ਰਾਇਮਰੀ ਜਾਂ ਮੇਨ ਮੈਮਰੀ ਕਹਿ ਲੈਂਦੇ ਹਾਂ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪ੍ਰੋਪਰ ਐਗਜ਼ੀਕਿਊਟ ਇੱਕ ਸਲੀਕੇ ਨਾਲ, ਢੰਗ ਨਾਲ ਸੰਭਾਲ ਕੇ ਕੰਪਿਊਟਰ ਦੇ ਅੰਦਰ ਰੱਖਣਾ, ਇਹ ਕਿਹਦਾ ਕੰਮ ਹੈ? ਇਹ ਆਪਰੇਟਿੰਗ ਸਿਸਟਮ ਦਾ ਕੰਮ ਹੈ। ਸੋ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਬਹੁਤ ਸਾਰੀਆਂ ਫਾਈਲਸ ਹੁੰਦੀਆਂ ਨੇ, ਲੋਕਲ ਡਿਸਕ C, D, E। ਸੋ ਹਰ ਚੀਜ਼ ਇੱਕ ਜਗ੍ਹਾ ਤੇ ਪਈ ਹੋਵੇ, ਇਹ ਕਿਹਦਾ ਕੰਮ ਹੈ? ਇਹ ਆਪਰੇਟਿੰਗ ਸਿਸਟਮ ਦਾ ਕੰਮ ਹੈ। ਫਿਰ ਆਉਂਦਾ ਪ੍ਰੋਸੈਸਰ ਮੈਨੇਜਮੈਂਟ। ਕਹਿੰਦੇ ਇੱਕ ਜਿਹੜਾ ਆਪਰੇਟਿੰਗ ਸਿਸਟਮ ਹੈ ਇਹ ਡਿਸਾਈਡ ਕਰਦਾ ਹੈ ਕਿ ਜਿਹੜਾ ਵੀ ਪ੍ਰੋਸੈਸਰ ਹੈ ਉਹਨੇ ਕਿਵੇਂ ਕੰਮ ਕਰਨਾ ਹੈ, ਕਿੰਨੇ ਸਮੇਂ ਦੇ ਲਈ ਕੰਮ ਕਰਨਾ ਹੈ। ਸੋ ਮਤਲਬ ਕਿ ਪੂਰਾ ਦਾ ਪੂਰਾ ਸ਼ਡਿਊਲ ਕਰਨਾ, ਇੱਕ ਟਾਈਮ ਟੇਬਲ ਸੈੱਟ ਕਰਨਾ ਵੀ ਸਾਡਾ ਜਿਹੜਾ ਪਾਰਟਿਕੂਲਰ ਕੰਪਿਊਟਰ ਹੈ, ਲੈਪਟਾਪ ਹੈ, ਇਹਦਾ ਪ੍ਰੋਸੈਸਰ ਕਿੰਨੇ ਸਮੇਂ ਲਈ ਸਹੀ ਕੰਮ ਕਰ ਸਕਦਾ ਹੈ, ਇਹ ਚੀਜ਼ ਡਿਸਾਈਡ ਕਰਦਾ ਆਪਰੇਟਿੰਗ ਸਿਸਟਮ। ਸੋ ਇਹਦੇ ਲਈ ਉਹ ਕੀ ਕਰਦਾ? ਪ੍ਰੋਪਰ ਧਿਆਨ ਰੱਖਦਾ, ਸਟੇਟਸ ਚੈੱਕ ਕਰਦਾ ਵੀ ਇੰਨਾ ਟਾਈਮ ਹੋ ਗਿਆ, ਇਹ ਚੀਜ਼ ਚੱਲ ਰਹੀ ਹੈ, ਹੁਣ ਇਹਨੂੰ ਥੋੜੀ ਜਿਹੀ ਆਰਾਮ ਦੀ ਲੋੜ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਣਾ ਕੰਪਿਊਟਰ, ਲੈਪਟਾਪ ਗਰਮ ਹੋ ਜਾਂਦਾ ਹੈ। ਸੋ ਉਹਦਾ ਕੀ ਮਤਲਬ ਹੈ ਕਿ ਆਪਣੇ ਹੁਣ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਆਪਾਂ ਨੂੰ ਵਾਰਨਿੰਗ ਦੇ ਰਿਹਾ ਹੈ ਕਿ ਤੁਸੀਂ ਆਪਣੇ ਜਿਹੜਾ ਕੰਪਿਊਟਰ, ਲੈਪਟਾਪ ਹੈ ਉਹਦੇ ਪ੍ਰੋਸੈਸਰ ਨੂੰ ਥੋੜਾ ਦੇਖ ਕੇ ਯੂਜ਼ ਕਰੋ। ਸੋ ਉਸ ਤੋਂ ਬਾਅਦ ਇਹਦਾ ਮਤਲਬ ਹੈ ਕਿ ਕਈ ਵਾਰੀ ਕੀ ਹੁੰਦਾ, ਜਦੋਂ ਆਪਾਂ ਨੂੰ
ਕਿਸੇ ਪ੍ਰੋਸੈਸਰ ਦੀ ਕਿਸੇ ਵੀ ਅੰਦਰਲੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਉਹਦੇ ਬਾਰੇ ਵੀ ਆਪਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਤੁਸੀਂ ਹੁਣ ਇਸ ਚੀਜ਼ ਨੂੰ ਡੀ-ਐਲੋਕੇਟ ਕਰ ਦਿਓ, ਇਹਨੂੰ ਇਹਦੀ ਜਗ੍ਹਾ ਤੋਂ ਬਦਲ ਦਿਓ। ਕਿਉਂ? ਕਿਉਂਕਿ this thing is no longer required। ਸੋ ਕਹਿੰਦੇ ਪੂਰਾ ਹਿਸਾਬ ਰੱਖਣਾ ਜੋ ਵੀ ਇੱਕ ਇਨਵਾਇਰਨਮੈਂਟ ਹੈ, ਵਾਤਾਵਰਣ ਹੈ ਕੰਪਿਊਟਰ ਦੇ ਅੰਦਰ ਦਾ। ਸੋ ਜੋ ਵੀ ਇੱਕ ਮਲਟੀ ਪ੍ਰੋਗਰਾਮਿੰਗ ਇਨਵਾਇਰਨਮੈਂਟ ਹੈ ਕਿਸੇ ਵੀ ਡਿਵਾਈਸ ਦਾ, ਉਹਦਾ ਪੂਰਾ ਟਾਈਮ ਟੇਬਲ ਬਣਾ ਕੇ ਰੱਖਣਾ ਵੀ ਕਿਸ ਚੀਜ਼ ਨੇ ਕਿਵੇਂ ਕੰਮ ਕਰਨਾ ਹੈ, ਸਾਰਾ ਦਾ ਸਾਰਾ ਜਿਹੜਾ ਫੰਕਸ਼ਨ ਹੈ ਉਹ ਆਪਰੇਟਿੰਗ ਸਿਸਟਮ ਦਾ ਹੈ। Then comes device management। ਕਹਿੰਦੇ ਜਿਹੜੇ ਆਪਾਂ ਡਿਵਾਈਸ ਦੀ ਵਰਤੋਂ ਕਰ ਰਹੇ, ਚਾਹੇ ਉਹ ਕੰਪਿਊਟਰ ਹੈ, ਲੈਪਟਾਪ ਹੈ, ਕੁਝ ਵੀ ਹੈ, ਸੋ ਸੇਮ ਕਿ ਉਸ ਡਿਵਾਈਸ ਨੂੰ ਚੰਗੀ ਤਰ੍ਹਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਚਲਾਉਣ ਦਾ ਕੰਮ ਕਿਹਦਾ ਹੈ? ਇੱਕ ਆਪਰੇਟਿੰਗ ਸਿਸਟਮ ਦਾ ਹੈ। ਜੇ ਆਪਣੇ ਕੋਲ ਹੁਣ ਵਿੰਡੋ ਨਾ ਹੋਵੇ, ਆਪਣਾ ਲੈਪਟਾਪ ਕੰਪਿਊਟਰ ਕੰਮ ਨਹੀਂ ਕਰ ਸਕਦਾ, ਸੋ ਇੱਕ ਡਿਵਾਈਸ ਨੂੰ ਪ੍ਰੋਪਰਲੀ ਫੰਕਸ਼ਨ ਕਰਨ ਦੇ ਲਈ ਆਪਰੇਟਿੰਗ ਸਿਸਟਮ ਦੀ ਲੋੜ ਪੈਂਦੀ ਹੈ। The program responsible for this task as the I/O controller। ਸੋ ਜੋ ਵੀ ਆਪਣਾ ਇਨਪੁਟ ਆਉਟਪੁੱਟ ਆਪਾਂ ਦੇ ਰਹੇ ਹਾਂ, ਹਰ ਚੀਜ਼ ਦੀ ਕੰਟਰੋਲ ਰੱਖਣਾ, ਹਰ ਚੀਜ਼ ਦਾ ਟਰੈਕ ਰੱਖਣਾ ਪੂਰੇ ਦੇ ਪੂਰੇ ਡਿਵਾਈਸ ਦਾ, ਵੀ ਉਹਦੇ ਅੰਦਰ ਕੋਈ ਵਾਇਰਸ ਵਾਲੀ ਚੀਜ਼ ਤਾਂ ਨਹੀਂ ਆ ਰਹੀ। ਸੋ ਆਪਾਂ ਨੂੰ ਹਰ ਚੀਜ਼ ਦੀ ਵਾਰਨਿੰਗ ਆ ਜਾਂਦੀ ਹੈ। ਸੋ ਕਹਿੰਦੇ ਇਹ ਪੂਰਾ ਜਿਹੜਾ ਇੱਕ ਡਿਵਾਈਸ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਦਾ, ਮੈਨੇਜ ਕਰਨ ਦਾ ਕੰਮ ਹੈ, ਉਹ ਆਪਰੇਟਿੰਗ ਸਿਸਟਮ ਦਾ ਕੰਮ ਹੈ, ਸੋ ਦੈਟ ਆਪਣਾ ਜਿਹੜਾ ਡਿਵਾਈਸ ਹੈ ਉਹ ਬਹੁਤ ਐਫੀਸ਼ੀਐਂਟ, ਸਹੀ ਤਰੀਕੇ ਦੇ ਨਾਲ ਕੰਮ ਕਰਦਾ ਰਹੇ। ਫਿਰ ਉਸ ਤੋਂ ਬਾਅਦ ਆਉਂਦਾ ਹੈ ਕਿ ਆਪਰੇਟਿੰਗ ਸਿਸਟਮ ਐਜ਼ ਰਿਸੋਰਸ ਮੈਨੇਜਰ ਕਿਵੇਂ ਕੰਮ ਕਰਦਾ। ਰਿਸੋਰਸ ਦਾ ਮਤਲਬ ਹੈ ਕਿ ਇੱਕ ਕੰਪਿਊਟਰ ਲੈਪਟਾਪ ਦੇ ਵਿੱਚ ਜਿਹੜੀਆਂ ਵੀ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ, ਕੋਈ ਫਾਈਲ ਹੈ, ਕੋਈ ਆਪਾਂ ਨੇ ਡਿਵਾਈਸ ਕਨੈਕਟ ਕਰ ਲਿਆ, ਕੋਈ ਹੋਰ ਆਪਾਂ ਨੇ ਚੀਜ਼ ਹਾਰਡਵੇਅਰ ਹੈ, CPU ਆ, ਅੰਦਰਲੀ ਮੈਮਰੀ ਹੈ, ਸੋ ਸਾਰੀਆਂ ਚੀਜ਼ਾਂ ਜਦੋਂ ਮਿਲ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਰਿਸੋਰਸ ਕਹਿ ਲੈਂਦੇ ਹਾਂ। ਸੋ ਕਹਿੰਦੇ ਪੂਰੇ ਰਿਸੋਰਸ ਦਾ ਕਿ ਆਪਣੇ ਕੋਲ ਕਿਹੜਾ ਰਿਸੋਰਸ ਸਿਸਟਮ ਖਾਲੀ ਪਿਆ, ਕਿਹੜਾ ਕੰਮ ਕਰ ਰਿਹਾ, ਕਿਹਨੇ ਕਿੰਨਾ ਟਾਈਮ ਲਗਾਉਣਾ ਪ੍ਰੋਸੈਸਿੰਗ ਨੂੰ। ਜਿਵੇਂ ਕੋਈ ਚੀਜ਼ ਕਾਪੀ ਹੋ ਰਹੀ ਹੈ ਤਾਂ ਆਪਾਂ ਨੂੰ ਪਤਾ ਕਿ ਥੋੜਾ ਉੱਤੇ ਲਿਖ ਕੇ ਆਉਣਾ ਹੁੰਦਾ ਹੈ ਕਿ 1 ਮਿੰਟ ਲੈਫਟ, 2 ਮਿੰਟ ਲੈਫਟ। ਕਹਿੰਦੇ ਹਰ ਚੀਜ਼ ਨੂੰ, ਚਾਹੇ ਕੋਈ ਫਾਈਲ ਨਾਲ ਰਿਲੇਟਡ ਕੰਮ ਹੈ, ਕੋਈ CPU ਨਾਲ, ਕੋਈ ਮੈਮਰੀ ਨਾਲ, ਸਾਰੀਆਂ ਚੀਜ਼ਾਂ ਦਾ ਧਿਆਨ ਕੌਣ ਰੱਖੂ, ਹਰ ਰਿਸੋਰਸ ਨੂੰ ਮੈਨੇਜ ਕੌਣ ਕਰ ਰਿਹਾ ਹੈ? ਆਪਰੇਟਿੰਗ ਸਿਸਟਮ। ਸੋ ਦੈਨ ਕਮਸ ਯੂਜ਼ਰ ਆਪਰੇਟਿੰਗ ਸਿਸਟਮ ਇੰਟਰਫੇਸ। ਕਹਿੰਦੇ ਆਪਾਂ ਜਿਹੜੇ ਯੂਜ਼ਰ ਆ, ਇਹ ਆਪਰੇਟਿੰਗ ਸਿਸਟਮ ਦੇ ਨਾਲ ਕਿਵੇਂ ਇੰਟਰੈਕਟ, ਕਿਵੇਂ ਇੱਕ ਕਨੈਕਸ਼ਨ ਚਾਹੁੰਦੇ ਆ, ਆਪਾਂ ਵਿੱਚ ਕਿਵੇਂ ਆਉਂਦੇ ਆ ਇੱਕ ਹਾਰਡਵੇਅਰ ਤੇ ਆਪਰੇਟਿੰਗ ਸਿਸਟਮ ਦੇ ਨਾਲ। ਸੋ ਕਹਿੰਦੇ ਦੋ ਤਰੀਕੇ ਦੇ ਨਾਲ ਇੱਕ ਯੂਜ਼ਰ ਇੰਟਰੈਕਟ ਕਰ ਸਕਦਾ ਹੈ, ਗੱਲਬਾਤ ਕਰ ਸਕਦਾ ਹੈ, ਉਹਦੇ ਥਰੂ ਕੰਮ ਲੈ ਸਕਦਾ ਹੈ ਆਪਰੇਟਿੰਗ ਸਿਸਟਮ ਦੇ ਥਰੂ। ਸੋ ਯੂਜ਼ਰ ਆਪਰੇਟਿੰਗ ਸਿਸਟਮ ਦੇ ਦੋ ਤਰੀਕੇ ਨੇ। ਪਹਿਲਾ ਹੈ ਕਮਾਂਡ ਲਾਈਨ ਇੰਟਰਫੇਸ, ਜਿਹਨੂੰ ਆਪਾਂ ਕਮਾਂਡ ਇੰਟਰਪ੍ਰੇਟ ਵੀ ਕਹਿੰਦੇ ਆ। ਸੋ ਕਹਿੰਦੇ ਇਹ ਆਪਾਂ ਹੁਣ ਫॉर ਐਗਜ਼ਾਮਪਲ ਕੋਈ ਆਪਰੇਟਿੰਗ ਸਿਸਟਮ ਯੂਜ਼ ਕਰਨਾ ਹੈ, ਮੰਨ ਲਓ ਆਪਾਂ ਵਿੰਡੋ ਯੂਜ਼ ਕਰ ਰਹੇ ਹਾਂ। ਸੋ ਆਪਾਂ ਨੂੰ ਵਿੰਡੋ ਯੂਜ਼ ਕਰਨ ਦੇ ਲਈ ਪਹਿਲਾ ਜਿਹੜਾ ਸੌਖਾ ਤਰੀਕਾ ਉਹ ਇਹ ਹੈ ਕਿ ਆਪਾਂ ਕੁਝ ਵੀ ਐਂਟਰ ਕਰੀਏ, ਕਮਾਂਡ ਦਈਏ, ਆਪਣੇ ਆਪ ਉਹ ਕੰਮ ਕਰਨ ਲੱਗ ਜੂ। ਫॉर ਐਗਜ਼ਾਮਪਲ ਤੁਸੀਂ ਸਿੰਪਲ ਕੰਪਿਊਟਰ ਦੀ ਐਗਜ਼ਾਮਪਲ ਲੈ ਲਓ। ਜਿਹੜਾ ਆਪਣਾ ਡੈਸਕਟਾਪ ਹੁੰਦਾ ਹੈ ਉਹਦੇ ਤੇ ਇੱਕ ਸਰਚ ਦੀ ਆਪਸ਼ਨ ਆਉਂਦੀ ਹੁੰਦੀ ਹੈ ਨੀਚੇ ਲੈਫਟ ਹੈਂਡ ਸਾਈਡ। ਸੋ ਕਹਿੰਦੇ ਤੁਸੀਂ ਉੱਤੇ ਕਮਾਂਡ ਦਿਓ, ਕੁਝ ਵੀ ਲਿਖੋ, ਤੁਹਾਨੂੰ ਕੰਪਿਊਟਰ ਦਾ ਜਿਹੜਾ ਆਪਰੇਟਿੰਗ ਸਿਸਟਮ ਹੈ ਉਸ ਫਾਈਲ ਤੱਕ ਪਹੁੰਚਾ ਦੂ। ਜੋ ਵੀ ਫਾਈਲ, ਚਾਹੇ ਕੋਈ ਫੋਟੋ ਹੈ, ਕੋਈ PDF ਹੈ, ਕੋਈ ਵੀਡੀਓ ਹੈ, ਤੁਸੀਂ ਸਿਰਫ ਉੱਤੇ ਥੋੜਾ ਜਿਹਾ ਨਾਮ ਲਿਖਣਾ ਹੈ, ਕਮਾਂਡ ਦੇਣੀ ਹੈ। ਜਿਹੜਾ ਕੰਪਿਊਟਰ ਦਾ ਆਪਰੇਟਿੰਗ ਸਿਸਟਮ ਹੈ ਉਹ ਤੁਹਾਡੀ ਕਮਾਂਡ ਸੁਣ ਕੇ, ਤੁਸੀਂ ਜੋ ਲਿਖ ਰਹੇ ਹੋ, ਜੋ ਐਂਟਰੀ ਕਰ ਰਹੇ ਹੋ, ਉਹਦੇ ਅਕੋਰਡਿੰਗ ਆਪਣੇ ਆਪ ਪੂਰਾ ਜਿਹੜਾ OS ਹੈ, ਆਪਰੇਟਿੰਗ ਸਿਸਟਮ ਹੈ, ਉਹ ਪਰਫਾਰਮ ਕਰੂ, ਫੰਕਸ਼ਨ ਕਰੂ। ਸੋ ਕੁਝ ਇੰਪੋਰਟੈਂਟ ਜਿਹੜੇ ਕਾਮਨਲੀ ਯੂਜ਼ਡ ਕਮਾਂਡ ਲਾਈਨ ਇੰਟਰਫੇਸ ਨੇ ਉਹ ਹੈਗੇ ਨੇ MS-DOS, UNIX, Linux। ਜਿਹੜੇ ਇਹ ਨਾਮ ਨੇ UNIX, Linux, MS-DOS, ਇਹ ਆਪਾਂ ਨੇ ਨਾਮ ਐਜ਼ ਇਟ ਇਜ਼ ਯਾਦ ਕਰਨੇ ਨੇ ਐਗਜ਼ਾਮ ਲਈ ਕਿ ਇਹ ਕਿਹੜੀਆਂ-ਕਿਹੜੀਆਂ ਐਗਜ਼ਾਮਪਲਸ ਨੇ ਕਮਾਂਡ ਲਾਈਨ ਇੰਟਰਫੇਸ ਦੀਆਂ। ਸੋ ਇੱਕ ਹੋਰ ਆਉਂਦਾ ਹੈ, ਇਹ ਤਾਂ ਹੋ ਗਿਆ ਸਿੱਧਾ ਸਾਦਾ ਵੀ ਆਪਾਂ ਨੇ ਕੁਝ ਭਰਿਆ, ਕਮਾਂਡ ਦਿੱਤੀ, ਆਪਣੇ ਕੋਲ ਚੀਜ਼ ਆਪਰੇਟਿੰਗ ਸਿਸਟਮ ਨੇ ਲਿਆ ਕੇ ਰੱਖਤੀ। ਸੋ ਹੁਣ ਆ ਗਿਆ GUI, ਗ੍ਰਾਫਿਕਲ ਯੂਜ਼ਰ ਇੰਟਰਫੇਸ। ਇਹ ਕੀ ਹੁੰਦਾ? ਕਹਿੰਦੇ ਜਿਹੜਾ ਕਮਾਂਡ ਲਾਈਨ ਇੰਟਰਫੇਸ ਹੈ ਉਹ GUI ਨਾਲੋਂ ਅਲੱਗ ਹੈ, ਕਿਉਂਕਿ ਇਹਦੇ ਵਿੱਚ ਆਪਾਂ ਮੇਜਰ ਡਿਫਰੈਂਸ ਤੁਸੀਂ ਉਰੇ ਸਮਝਣਾ ਹੈ ਕਿ ਕਮਾਂਡ ਲਾਈਨ 'ਚ ਆਪਾਂ ਲਿਖ ਰਹੇ ਹਾਂ, ਉਰੇ ਆਪਾਂ ਮਾਊਸ ਦੀ ਵਰਤੋਂ ਨਹੀਂ ਕਰ ਰਹੇ। ਸੋ ਇਹ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਕਮਾਂਡ ਹੈ ਉਹਨੂੰ ਆਪਾਂ ਕੀਬੋਰਡ ਦੀ ਮਦਦ ਦੇ ਨਾਲ, ਜੋ ਆਪਣੇ ਕੋਲ ਕੀਬੋਰਡ ਹੈ ਉਹਦੀ ਮਦਦ ਦੇ ਨਾਲ ਟਾਈਪ ਕਰਕੇ ਹੱਥਾਂ ਨਾਲ ਲਿਖ ਕੇ ਦੇ ਰਹੇ ਹਾਂ। ਪਰ ਜਿਹੜਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ ਇਹਦੇ 'ਚ ਕੀ ਕਰਦੇ ਆ ਆਪਾਂ,
ਇੱਕ ਕਰਸਰ, ਇੱਕ ਜਿਹੜਾ ਆਪਣਾ ਮਾਊਸ ਹੁੰਦਾ ਹੈ ਉਹਦੀ ਮਦਦ ਦੇ ਨਾਲ ਕਮਾਂਡ ਦਿੰਦੇ ਆ। ਸੋ ਦਿਸ ਇਜ਼ ਅਨਦਰ ਵੇ ਆਫ ਇੰਟਰੈਕਟਿੰਗ ਵਿਦ ਆਪਰੇਟਿੰਗ ਸਿਸਟਮ। ਸੋ ਹੁਣ ਤੁਸੀਂ ਸਮਝ ਕੇ ਹੋਵੋਗੇ ਕਿ ਆਪਾਂ ਦੋ ਤਰੀਕੇ ਦੇ ਨਾਲ ਇੱਕ ਕੰਪਿਊਟਰ ਇੱਕ ਲੈਪਟਾਪ ਦੇ ਨਾਲ ਜੁੜਦੇ ਆ। ਸੋ ਦੋ ਚੀਜ਼ਾਂ ਕਿਹੜੀਆਂ ਨੇ, ਜਾਂ ਤਾਂ ਆਪਾਂ ਕੀਬੋਰਡ ਦੇ ਥਰੂ ਜੁੜਦੇ ਆ ਕੋਈ ਕਮਾਂਡ ਭਰ ਕੇ, ਜਾਂ ਆਪਾਂ ਸਿੱਧਾ ਹੱਥ 'ਚ ਜਿਹੜਾ ਮਾਊਸ ਹੈ ਉਹਨੂੰ ਫੜ ਕੇ ਆਪਾਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਦੋ ਤਰੀਕੇ ਨੇ ਜਿਹੜੇ ਆਪਾਂ ਨੂੰ ਆਪਰੇਟਿੰਗ ਸਿਸਟਮ ਨਾਲ ਜੋੜ ਕੇ ਰੱਖਦੇ ਨੇ। ਸੋ ਉਸ ਤੋਂ ਬਾਅਦ ਕਹਿੰਦੇ the commands appear on the screen in the form of menu or icon. The user uses a pointing device like mouse. ਕਹਿੰਦੇ ਉਰੇ ਕੀ ਹੈ, ਜਿਹੜਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਤੁਹਾਡੀ ਵਿੰਡੋ ਦੀ ਸਕਰੀਨ ਤੇ, ਲੈਪਟਾਪ ਤੇ, ਕੰਪਿਊਟਰ ਤੇ ਕੋਈ ਫਾਈਲਾਂ ਬਣੀਆਂ ਹੋਈਆਂ ਨੇ, ਤੁਸੀਂ ਉਹਨਾਂ ਨੂੰ ਲਿਖ ਕੇ ਸਰਚ ਨਹੀਂ ਕਰ ਰਹੇ, ਤੁਸੀਂ ਮਾਊਸ ਦੀ ਮਦਦ ਦੇ ਨਾਲ ਉਹਨਾਂ ਦੇ ਉੱਤੇ ਕਲਿੱਕ ਕਰ ਕਰਕੇ ਲੱਭ ਰਹੇ ਹੋ ਕਿ ਸਾਡੀ ਚੀਜ਼ ਕਿੱਥੇ ਪਈ ਹੈ। ਸੋ ਆਈ ਹੋਪ ਤੁਹਾਨੂੰ ਬਹੁਤ ਸਿੰਪਲ ਜਿਹਾ ਕਨਸੈਪਟ ਸਮਝ ਆ ਗਿਆ ਹੋਊਗਾ। ਤੇ ਜਿਹੜਾ ਇਹਦੀ ਬੈਸਟ ਐਗਜ਼ਾਮਪਲ ਹੈ ਉਹ ਹੈ MS ਵਿੰਡੋਜ਼, ਮੈਕਿਨਟੋਸ਼। ਸੋ ਆਪਾਂ ਨੇ ਯਾਦ ਰੱਖਣੀਆਂ ਨੇ ਵੀ ਜਿਹੜੀ ਪੁਰਾਣੇ ਵਾਲੀ ਲਾਈਨੈਕਸ ਯੂਨਿਕਸ ਵਾਲੀ ਚੀਜ਼ਾਂ ਸੀ, MS DOS ਸੀ, ਉਹ ਕਮਾਂਡ ਇੰਟਰਫੇਸ ਦੇ ਅੰਦਰ ਆਉਂਦੀਆਂ ਨੇ। ਜਿਹੜਾ ਹੁਣ ਥੋੜਾ ਜਿਹਾ ਲੇਟੈਸਟ ਵਰਜ਼ਨ ਆ ਗਿਆ ਉਹ ਆ ਗਿਆ ਗ੍ਰਾਫਿਕਲ ਯੂਜ਼ਰ ਇੰਟਰਫੇਸ ਦਾ। ਸੋ ਤੁਸੀਂ ਇਸ ਟੌਪਿਕ ਨੂੰ ਸਿਰਫ ਇਹ ਸਮਝ ਕੇ ਚੱਲਣਾ ਹੈ ਵੀ ਤੁਹਾਨੂੰ ਦੋ ਤਰੀਕੇ ਦੇਤੇ, ਇੱਕ ਕੰਪਿਊਟਰ ਲੈਪਟਾਪ ਦੇ ਨਾਲ ਜੁੜਨ ਦੇ, ਉਹਦੇ ਉੱਤੇ ਕੰਮ ਕਰਨ ਦੇ। ਜਾਂ ਤਾਂ ਤੁਸੀਂ ਕੀਬੋਰਡ ਦੀ ਮਦਦ ਦੇ ਨਾਲ ਟਾਈਪ ਕਰੋ ਤੇ ਆਪਣੀ ਚੀਜ਼ ਲੱਭੋ, ਜਾਂ ਫਿਰ ਤੁਸੀਂ ਮਾਊਸ ਦੀ ਹੈਲਪ ਦੇ ਨਾਲ ਕਲਿੱਕ ਕਰ ਕਰਕੇ ਚੀਜ਼ਾਂ ਨੂੰ ਲੱਭ ਕੇ ਉਹਨਾਂ ਤੱਕ ਪਹੁੰਚੋ। ਸਿੰਪਲ। ਸੋ ਹੁਣ ਆਪਾਂ ਫਟਾਫਟ ਕੁਝ ਇੰਪੋਰਟੈਂਟ ਟਾਈਪਸ ਦੇਖ ਲੈਂਦੇ ਹਾਂ। ਐਗਜ਼ਾਮ ਦੇ ਵਿੱਚ ਤੁਹਾਨੂੰ ਇਹਨਾਂ ਦੀ ਸਿੰਪਲ ਮੀਨਿੰਗ ਆ ਸਕਦਾ ਹੈ ਕਿ ਬੈਚ ਆਪਰੇਟਿੰਗ ਸਿਸਟਮ ਕੀ ਹੈ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਕੀ ਹੈ, ਜਾਂ ਫਿਰ ਤੁਹਾਨੂੰ ਉੱਥੇ ਮੀਨਿੰਗ ਪੁੱਛ ਕੇ ਉਹਦਾ ਨਾਮ ਪੁੱਛ ਸਕਦੇ ਨੇ ਕਿ ਕਿਹੜਾ ਇਹੋ ਜਿਹਾ ਆਪਰੇਟਿੰਗ ਸਿਸਟਮ ਹੈ ਜਿਹਦੇ ਵਿੱਚ ਡਾਇਰੈਕਟ ਲਿੰਕ ਨਹੀਂ ਹੈਗਾ ਕੰਪਿਊਟਰ ਤੇ ਯੂਜ਼ਰ ਦਾ, ਸੋ ਹੈ ਬੈਚ ਆਪਰੇਟਿੰਗ ਸਿਸਟਮ। ਸੋ ਇਸ ਤਰ੍ਹਾਂ ਦੇ ਨਾਲ। ਸੋ ਹੁਣ ਆਪਾਂ ਫਟਾਫਟ ਇਹਨਾਂ ਦੀ ਥਿਊਰੀ ਦੇਖ ਲੈਂਦੇ ਹਾਂ ਵੀ ਇਹ ਹੈ ਕੀ। ਸੋ ਬੈਚ ਆਪਰੇਟਿੰਗ ਸਿਸਟਮ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਯੂਜ਼ਰ ਦਾ ਕੰਪਿਊਟਰ ਦੇ ਨਾਲ ਜਾਂ ਫਿਰ ਆਪਰੇਟਿੰਗ ਸਿਸਟਮ ਦੇ ਨਾਲ ਕੋਈ ਸਿੱਧਾ ਡਾਇਰੈਕਟ ਲਿੰਕ ਨਾ ਹੋਵੇ, ਤੁਸੀਂ ਕੋਈ ਪੰਚ ਕਾਰਡ ਯੂਜ਼ ਕਰ ਰਹੇ ਹੋ ਤਾਂ ਤੁਸੀਂ ਸਿਰਫ ਉਸ ਪੰਚ ਕਾਰਡ ਨੂੰ ਉਹਦੇ ਤੱਕ ਲੈ ਕੇ ਜਾ ਰਹੇ ਹੋ, ਤੁਹਾਡਾ ਜੋ ਵੀ ਡੇਟਾ ਹੈ, ਤੁਹਾਡਾ ਜੋ ਵੀ ਪਰਪਸ ਹੈ ਉਸ ਆਪਰੇਟਿੰਗ ਸਿਸਟਮ ਤੱਕ ਪਹੁੰਚਣ ਦਾ, ਉਹ ਆਪਣੇ ਆਪ ਜਿਹੜਾ ਪ੍ਰੋਗਰਾਮਰ ਹੈ ਉਹ ਪਹੁੰਚਾ ਦੂ। ਸੋ ਤੁਸੀਂ ਆਪ ਨਾ ਤਾਂ ਕੀਬੋਰਡ ਵਰਤ ਰਹੇ ਹੋ ਨਾ ਮਾਊਸ ਵਰਤ ਰਹੇ ਹੋ, ਤੁਹਾਡਾ ਕੰਪਿਊਟਰ ਨਾਲ ਸਿੱਧਾ ਕੋਈ ਵੀ ਇੰਟਰੈਕਸ਼ਨ ਨਹੀਂ ਹੈ। ਸੋ ਦੂਜਾ ਆ ਗਿਆ ਟਾਈਮ ਸ਼ੇਅਰਿੰਗ। ਇਹਦਾ ਮਤਲਬ ਹੈ ਕਿ ਜਦੋਂ ਇੱਕ ਟਾਈਮ ਤੇ ਬਹੁਤ ਸਾਰੇ ਅੱਡ-ਅੱਡ ਲੋਕ ਕੰਪਿਊਟਰਸ ਨੂੰ ਇੱਕ ਕਾਮਨ ਸਿਸਟਮ ਦੇ ਨਾਲ ਵਰਤ ਰਹੇ ਹੋਣ ਤਾਂ ਉਹਨੂੰ ਕਹਿੰਦੇ ਆ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਇਸ ਟੈਕਨੀਕ ਦੇ ਨਾਲ ਮਲਟੀਟਾਸਕਿੰਗ ਹੁੰਦੀ ਹੈ ਤੇ ਜਿਹੜੀ ਟੈਕਨੀਕ ਹੈ ਇਹ ਬਹੁਤ ਸਾਰੇ ਲੋਕਾਂ ਦੀ ਹੈਲਪ ਕਰਦੀ ਹੈ ਜੋ ਅਲੱਗ-ਅਲੱਗ ਟਰਮੀਨਲਸ ਤੇ ਬੈਠੇ ਹੁੰਦੇ ਨੇ ਕਿ ਉਹ ਇੱਕ ਕੰਪਿਊਟਰ ਸਿਸਟਮ ਨੂੰ ਸੇਮ ਟਾਈਮ ਤੇ ਯੂਜ਼ ਕਰ ਸਕਣ। ਤੇ ਮੋਸਟਲੀ ਇਹ ਕੰਪਨੀਜ਼, ਆਰਗੇਨਾਈਜੇਸ਼ਨ ਉੱਥੇ ਦੇਖਿਆ ਜਾਂਦਾ ਹੈ। ਫਿਰ ਆਉਂਦਾ ਡਿਸਟ੍ਰੀਬਿਊਟਿਡ। ਡਿਸਟ੍ਰੀਬਿਊਟਿਡ ਦਾ ਮਤਲਬ ਹੈ ਕਿ ਇਹ ਜਿਹਾ ਕੰਮ ਜਿੱਥੇ ਬਹੁਤ ਸਾਰੇ ਮਲਟੀਪਲ ਸੈਂਟਰਲ ਪ੍ਰੋਸੈਸਰ ਲੱਗੇ ਹੋਣ ਤੇ ਉਹ ਅੱਡ-ਅੱਡ ਤਰ੍ਹਾਂ ਦੀਆਂ ਜੋ ਵੀ ਰੀਅਲ ਟਾਈਮ ਐਪਲੀਕੇਸ਼ਨ ਨੇ, ਯੂਜ਼ਰਸ ਨੇ, ਉਹਨਾਂ ਨੂੰ ਧਿਆਨ 'ਚ ਰੱਖ ਕੇ ਕੰਮ ਕਰ ਰਹੇ ਹੋਣ। ਫੋਰ ਐਗਜ਼ਾਮਪਲ ਸਭ ਤੋਂ ਇਹਦੀ ਜਿਹੜੀ ਸਿੰਪਲ ਐਗਜ਼ਾਮਪਲ ਤੁਹਾਨੂੰ ਸਮਝ ਆ ਸਕਦੀ ਹੈ ਉਹ ਹੈ ਟੈਲੀਫੋਨ ਲਾਈਨ। ਸੋ ਟੈਲੀਫੋਨ ਲਾਈਨ 'ਚ ਕੀ ਹੈ ਕਿ ਇੱਕ ਜਗ੍ਹਾ ਤੋਂ ਬਹੁਤ ਸਾਰੇ ਪ੍ਰੋਸੈਸਰ ਚੱਲਦੇ ਨੇ। ਮੰਨ ਲਓ ਕਿ BSNL ਦੀ ਕੰਪਨੀ ਹੈ, ਉੱਥੋਂ ਤੁਹਾਡੀਆਂ ਟੈਲੀਫੋਨ ਦੀਆਂ ਤਾਰਾਂ ਪਈਆਂ ਹੋਈਆਂ ਨੇ। ਸੋ ਅਸਲੀ ਆਪਰੇਟਿੰਗ ਸਿਸਟਮ ਉੱਥੇ ਹੈ, ਪਰ ਉਹ ਕਿੰਨੇ ਸਾਰੇ ਹਜ਼ਾਰਾਂ ਯੂਜ਼ਰਸ ਦੀ ਹੈਲਪ ਕਰ ਰਿਹਾ, ਹਜ਼ਾਰਾਂ ਤਰ੍ਹਾਂ ਦੀਆਂ ਐਪਲੀਕੇਸ਼ਨਸ ਰਨ ਕਰ ਰਿਹਾ। ਸੋ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਪ੍ਰੋਸੈਸਰ 'ਚ ਕੰਮ ਕਰ ਰਿਹਾ। ਸੋ ਕਹਿੰਦੇ ਡਿਸਟ੍ਰੀਬਿਊਟਿਡ ਆਪਰੇਟਿੰਗ ਸਿਸਟਮ ਮੀਨਸ ਜਦੋਂ ਜਿਹੜਾ ਪ੍ਰੋਸੈਸਰ ਹੈ ਉਹ ਬਹੁਤ ਸਾਰੀਆਂ ਕਮਿਊਨੀਕੇਸ਼ਨ ਲਾਈਨ ਦੇ ਥਰੂ ਜਾ ਕੇ ਮਲਟੀਪਲ ਯੂਜ਼ਰਸ ਦੀ ਜਿਹੜੀ ਸਰਵਿਸ ਹੈ, ਰਿਕੁਆਇਰਮੈਂਟ ਹੈ, ਉਹਨੂੰ ਪੂਰੀ ਕਰੇ। ਫਿਰ ਆਉਂਦਾ ਨੈਟਵਰਕ ਆਪਰੇਟਿੰਗ ਸਿਸਟਮ। ਜਿਹੜਾ ਨੈਟਵਰਕ ਆਪਰੇਟਿੰਗ ਸਿਸਟਮ ਹੈ ਬਹੁਤ ਹੀ ਜ਼ਿਆਦਾ ਕਾਮਨ ਆਪਰੇਟਿੰਗ ਸਿਸਟਮ ਹੈ। ਸੋ ਇਹਦੇ ਵਿੱਚ ਬੇਸਿਕਲੀ ਜੋ ਵੀ ਆਪਾਂ ਯੂਜ਼ਰਸ ਆ ਇਹ ਕੀ ਕਰਦੇ ਆ, ਜਿਹੜਾ ਨੈਟਵਰਕ ਆਪਰੇਟਿੰਗ ਸਿਸਟਮ ਹੈ ਉਹਦੇ ਥਰੂ ਆਪਾਂ ਕੋਈ ਵੀ ਫਾਈਲ ਕਿਸੇ ਦੇ ਨਾਲ ਸ਼ੇਅਰ ਕਰ ਸਕਦੇ ਹਾਂ, ਕੋਈ ਡਾਕੂਮੈਂਟ ਪ੍ਰਿੰਟ ਆਊਟ ਕਰ ਸਕਦੇ ਹਾਂ, ਜਾਂ ਆਪਾਂ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਾਂ ਜਾਂ ਆਪਣੇ ਕਿਸੇ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕਰ ਸਕਦੇ ਹਾਂ। ਸੋ ਬੇਸਿਕਲੀ ਨੈਟਵਰਕ ਆਪਰੇਟਿੰਗ ਸਿਸਟਮ ਇਹ ਅੱਜ ਕੱਲ੍ਹ ਹਰ ਕੰਪਿਊਟਰ ਲੈਪਟਾਪ 'ਚ ਦੇਖਿਆ ਜਾਂਦਾ ਹੈ। ਹਰ ਨਵੀਂ
ਵਿੰਡੋ 'ਚ ਦੇਖਿਆ ਜਾਂਦਾ ਹੈ। ਸੋ ਕਹਿੰਦੇ ਚਾਹੇ ਉਹ ਮਾਈਕਰੋਸੌਫਟ ਦੀ ਵਿੰਡੋ ਹੈ, ਕੋਈ ਵੀ ਵਿੰਡੋ ਹੈ, ਕੋਈ ਮੈਕ ਦੀ ਹੈ, ਜਾਂ ਤੁਸੀਂ ਲਾਈਨੈਕਸ ਦੀ ਐਗਜ਼ਾਮਪਲ ਲੈ ਲਓ, ਯੂਨਿਕਸ ਦੀ, ਹਰ ਵਿੰਡੋ ਦੇ ਵਿੱਚ ਜਿਹਦੇ ਵਿੱਚ ਵੀ ਆਪਾਂ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਾਂ, ਜਾਂ ਫਿਰ ਆਪਾਂ ਕੋਈ ਸ਼ੇਅਰਿੰਗ, ਕੋਈ ਡੇਟਾ ਕੇਬਲ ਵਗੈਰਾ ਜੁਆਇਨ ਕਰ ਸਕਦੇ ਹਾਂ। ਸੋ ਉੱਥੇ ਮਤਲਬ ਹੈ ਕਿ ਨੈਟਵਰਕ ਆਪਰੇਟਿੰਗ ਸਿਸਟਮ ਚੱਲ ਰਿਹਾ ਹੈ। ਨੈਟਵਰਕ ਦਾ ਮਤਲਬ ਹੈ ਕਿ ਤੁਸੀਂ ਆਪਣੀ ਚੀਜ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹਿਲਾ ਸਕਦੇ ਹੋ, ਜਾਂ ਫਿਰ ਕੰਪਿਊਟਰ ਦੀ ਕੋਈ ਚੀਜ਼ ਬਾਹਰ ਕੱਢ ਸਕਦੇ ਹੋ। ਸੋ ਜਦੋਂ ਫਾਈਲਸ ਦੀ ਸ਼ੇਅਰਿੰਗ ਹੋਵੇ, ਐਪਲੀਕੇਸ਼ਨਸ ਦੀ, ਡੇਟਾ ਦੀ, ਇਹ ਸਾਰੀਆਂ ਚੀਜ਼ਾਂ ਜਦੋਂ ਐਕਸੈਸ ਕਰ ਸਕੀਏ ਆਪਾਂ, ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਨੈਟਵਰਕ ਆਪਰੇਟਿੰਗ ਸਿਸਟਮ। ਸੋ ਇਹਦੀਆਂ ਐਗਜ਼ਾਮਪਲਸ ਨੇ ਕਿਹੜੇ ਸਿਸਟਮਸ ਨੇ ਜਿਨ੍ਹਾਂ 'ਚ ਇਹ ਸਿਸਟਮ ਅੱਜਕੱਲ ਹੈਗਾ। ਸੋ ਮਾਈਕਰੋਸੌਫਟ 2003 ਵਿੰਡੋ 'ਚ ਹੈ, 8 'ਚ ਹੈ, ਯੂਨਿਕਸ, ਲਾਈਨੈਕਸ, ਮੈਕ ਵਿੱਚ ਹੈ, ਨੋਵਲ ਨੈਟਵੇਅਰ 'ਚ ਹੈ, BSD 'ਚ ਹੈ। ਸੋ ਇਹ ਆਪਾਂ ਨੇ ਸਾਰੀਆਂ ਐਗਜ਼ਾਮਪਲਸ ਯਾਦ ਰੱਖਣੀਆਂ ਨੇ। ਫਿਰ ਲਾਸਟ ਵਿੱਚ ਆਉਂਦਾ ਰੀਅਲ ਟਾਈਮ ਆਪਰੇਟਿੰਗ ਸਿਸਟਮ। ਰੀਅਲ ਟਾਈਮ ਆਪਰੇਟਿੰਗ ਸਿਸਟਮ ਦਾ ਮਤਲਬ ਹੈ, ਕਹਿੰਦੇ ਕਿ ਕਿੰਨਾ ਟਾਈਮ ਇੱਕ ਆਪਰੇਟਿੰਗ ਸਿਸਟਮ ਨੂੰ ਲੱਗਦਾ ਹੈ ਜਦੋਂ ਆਪਾਂ ਉਹਦੇ 'ਚ ਕੋਈ ਕਮਾਂਡ ਦਿੰਦੇ ਹਾਂ, ਕੋਈ ਇਨਪੁਟ ਦਿੰਦੇ ਹਾਂ, ਉਹਨੂੰ ਆਪਣੇ ਸਾਹਮਣੇ ਆਉਣ ਦੇ ਲਈ। ਸੋ ਕਹਿੰਦੇ ਰੀਅਲ ਟਾਈਮ ਆਪਰੇਟਿੰਗ ਸਿਸਟਮ ਦਾ ਮਤਲਬ ਹੈ ਕਿ ਇਹ ਜਿਹਾ ਡੇਟਾ ਪ੍ਰੋਸੈਸਿੰਗ ਸਿਸਟਮ ਜਿਹਦੇ ਵਿੱਚ ਇੱਕ ਟਾਈਮ ਇੰਟਰਵਲ ਫਿਕਸਡ ਹੈ ਕਿ ਇੰਨੇ ਟਾਈਮ ਬਾਅਦ ਤੁਹਾਨੂੰ ਇੱਕ ਇਨਪੁਟ ਮਿਲੂ, ਇੱਕ ਰਿਜ਼ਲਟ ਮਿਲੂ। ਤੁਸੀਂ ਹੁਣ ਉਰੇ YouTube ਦੀ ਐਗਜ਼ਾਮਪਲ ਲੈ ਲਓ, ਮੈਂ ਉਰੇ ਕੋਈ ਵੀਡੀਓ ਅਪਲੋਡ ਕਰਦੀ ਆ ਤਾਂ ਉਹਦੀ ਪ੍ਰੋਸੈਸਿੰਗ ਨੂੰ ਕੁਝ ਟਾਈਮ ਲੱਗਦਾ ਹੈ, ਫਿਰ ਉਹਦਾ ਕਾਪੀਰਾਈਟ ਚੈੱਕ ਹੁੰਦਾ ਹੈ। ਸੋ ਜੋ ਵੀ ਇਹ ਚੀਜ਼ਾਂ ਨੇ, ਇਹ ਆਪਰੇਟ ਹੋ ਰਹੀਆਂ ਨੇ, ਇਹ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੈ, ਕਿਉਂਕਿ ਚੀਜ਼ਾਂ ਦਿਖਣ ਦੇ ਲਈ ਇਨਪੁਟ ਪਾਉਣ ਤੋਂ ਬਾਅਦ, ਕਮਾਂਡ ਪਾਉਣ ਤੋਂ ਬਾਅਦ, ਮੇਰੇ ਵੀਡੀਓ ਅਪਲੋਡ ਕਰਨ ਤੋਂ ਬਾਅਦ ਥੋੜਾ ਟਾਈਮ ਲੱਗਦਾ ਉਹਨੂੰ ਡਿਸਪਲੇ ਹੋਣ 'ਚ। ਸੋ ਸਿੰਪਲ, ਜਦੋਂ ਆਨਲਾਈਨ ਪ੍ਰੋਸੈਸਿੰਗ ਨੂੰ ਥੋੜਾ ਬਹੁਤ ਕੁਝ ਰਿਸਪੌਂਸ ਟਾਈਮ ਲੱਗੇ ਤਾਂ ਆਪਾਂ ਉਹਨੂੰ ਕਹਿੰਦੇ ਆ ਰੀਅਲ ਟਾਈਮ ਆਪਰੇਟਿੰਗ ਸਿਸਟਮ। ਸੋ ਹੁਣ ਆਪਾਂ ਇੱਕ ਬੇਸਿਕ ਡਿਫਰੈਂਸ ਦੇਖ ਲੈਂਦੇ ਆ ਕਿ ਰੀਅਲ ਟਾਈਮ ਤੇ ਜਨਰਲ ਜਿਹੜੇ ਬਾਕੀ ਨਾਰਮਲ ਆਪਰੇਟਿੰਗ ਸਿਸਟਮ ਨੇ ਉਹਨਾਂ 'ਚ ਡਿਫਰੈਂਸ ਕੀ ਹੈ। ਸੋ ਕਹਿੰਦੇ ਰੀਅਲ ਟਾਈਮ 'ਚ ਆਪਾਂ ਨੂੰ ਪਤਾ ਹੈ ਕਿ ਇਹਦੇ 'ਚ ਕੀ ਹੈ, ਇੱਕ ਟਾਈਮ ਡਰਿਵਨ ਸਿਸਟਮ ਹੈ। ਤੁਹਾਨੂੰ ਕੁਝ ਸਮਾਂ ਦਿੱਤਾ ਜਾਊਗਾ ਕਿ ਇੰਨੇ ਟਾਈਮ ਇੰਟਰਵਲ ਤੋਂ ਬਾਅਦ ਜਿਹੜੀ ਤੁਸੀਂ ਕਮਾਂਡ ਦਿੱਤੀ ਹੈ ਉਹਦਾ ਤੁਹਾਨੂੰ ਰਿਜ਼ਲਟ ਮਿਲੂ। ਪਰ ਜਿਹੜਾ ਜਨਰਲ ਪਰਪਸ ਹੈ, ਇਹ ਪ੍ਰੋਸੈਸਰ ਦੇ ਥਰੂ ਹੁੰਦਾ ਕਿ ਅੰਦਰਲਾ ਪ੍ਰੋਸੈਸਰ ਕਿਵੇਂ ਕੰਮ ਕਰ ਰਿਹਾ, ਇਹਦੇ 'ਚ ਟਾਈਮ ਦੀ ਕੋਈ ਗੱਲ ਨਹੀਂ ਹੈ। ਸੋ ਇਹਦੇ ਵਿੱਚ ਆਪਾਂ ਟਾਈਮ ਬਿਹੇਵੀਅਰ ਚੈੱਕ ਕਰਦੇ ਆ, ਤੇ ਇਹਦੇ ਵਿੱਚ ਕੀ ਹੁੰਦਾ, ਜਿਹੜਾ ਟਾਈਮ ਹੈ ਉਰੇ ਤਾਂ ਆਪਾਂ ਨੂੰ ਉਹਨਾਂ ਨੇ ਦੱਸਤਾ ਵੀ ਤੁਹਾਨੂੰ ਇੰਨਾ ਟਾਈਮ ਇੰਟਰਵਲ ਹੈ, ਇੰਨਾ ਸਮਾਂ ਲੱਗੂ। ਉਰੇ ਆਪਣੇ ਕੋਲ ਕੋਈ ਟਾਈਮ ਨਹੀਂ ਹੈ, ਆਪਣਾ ਪ੍ਰੋਸੈਸਰ ਡਿਪੈਂਡ ਕਰਦਾ ਕਿ ਉਹ ਸਲੋ ਚੱਲ ਰਿਹਾ ਜਾਂ ਫਾਸਟ ਲੱਗ ਰਿਹਾ। ਉਹੀ ਚੀਜ਼ ਡਿਪੈਂਡ ਕਰਦੀ ਹੈ ਕਿ ਕਿੰਨਾ ਸਮੇਂ ਲੱਗੂ ਤੁਹਾਡੀ ਚੀਜ਼ ਨੂੰ, ਤੁਹਾਡੇ ਰਿਜ਼ਲਟ ਨੂੰ ਤੁਹਾਡੇ ਸਾਹਮਣੇ ਆਉਣ ਲਈ। ਸੋ ਉਸ ਤੋਂ ਬਾਅਦ ਆਉਂਦਾ ਕਹਿੰਦੇ ਕਿਸ ਤਰ੍ਹਾਂ ਦੇ ਸਿਸਟਮਸ ਦੇ ਵਿੱਚ ਦੇਖਿਆ ਜਾਂਦਾ ਰੀਅਲ ਟਾਈਮ ਆਪਰੇਟਿੰਗ ਸਿਸਟਮ। ਬੈਸਟ ਐਗਜ਼ਾਮਪਲ ਵਾਸ਼ਿੰਗ ਮਸ਼ੀਨ। ਸੋ ਅੱਜ ਕੱਲ ਜਿੰਨੀਆਂ ਵੀ ਕੱਪੜੇ ਧੋਣ ਵਾਲੀਆਂ ਮਸ਼ੀਨਸ ਆ ਰਹੀਆਂ ਨੇ, ਆਟੋਮੈਟਿਕ ਮਸ਼ੀਨਸ, ਉਹਨਾਂ 'ਚ ਆਪਾਂ ਕਮਾਂਡ ਦੇ ਦਿੰਦੇ ਆ, ਐਂਟਰ ਕਰ ਦਿੰਦੇ ਆ, ਕੱਪੜੇ ਪਾ ਕੇ ਸਟਾਰਟ ਕਰ ਦਿੰਦੇ ਆ। ਸੋ ਉੱਪਰ ਆ ਜਾਂਦਾ ਟਾਈਮ 30 ਮਿੰਟ। ਸੋ 30 ਮਿੰਟ ਮਤਲਬ 30 ਮਿੰਟ, ਉਹਨੇ ਟਾਈਮ ਬਾਅਦ ਜਿਹੜਾ ਉਹਦਾ ਆਪਰੇਟਿੰਗ ਸਿਸਟਮ ਹੈ ਉਹ ਬੰਦ ਹੋ ਜੂ, ਤੁਹਾਨੂੰ ਕੱਪੜੇ ਸੁੱਕੇ ਹੋਏ, ਧੋਤੇ ਹੋਏ ਮਿਲ ਜਾਣਗੇ। ਸੋ ਇਹ ਬਹੁਤ ਹੀ ਸਿੰਪਲ ਐਗਜ਼ਾਮਪਲ ਹੈ। ਫਿਰ ਜਿਹੜਾ ਜਨਰਲ ਪਰਪਸ ਹੈ, ਜਿਸ ਪ੍ਰੋਸੈਸਰ ਕੰਮ ਕਰਦਾ, ਤੁਹਾਨੂੰ ਕੋਈ ਟਾਈਮ ਨਹੀਂ ਦੱਸਿਆ ਹੁੰਦਾ। ਫॉर ਐਗਜ਼ਾਮਪਲ ਮੈਂ ਸਰਚ ਕਰ ਰਹੀ ਹਾਂ ਕੋਈ ਫਾਈਲ, ਕਈ ਵਾਰੀ ਤੁਸੀਂ ਦੇਖਿਆ ਉੱਪਰ ਗ੍ਰੀਨ ਆਉਣ ਲੱਗ ਜਾਂਦਾ ਹੈ ਜਦੋਂ ਆਪਾਂ ਕੋਈ ਫਾਈਲ ਸਰਚ ਕਰਦੇ ਹਾਂ। ਸੋ ਉਹਦਾ ਮਤਲਬ ਹੈ ਕਿ ਹਜੇ ਪ੍ਰੋਸੈਸਰ ਚੱਲ ਰਿਹਾ, ਉਸ ਚੀਜ਼ ਨੂੰ ਲੱਭ ਰਿਹਾ। ਸੋ ਕਈ ਵਾਰੀ ਚੀਜ਼ ਛੇਤੀ ਲੱਭ ਜਾਂਦੀ ਹੈ, ਕਈ ਵਾਰੀ ਲੇਟ ਲੱਭਦੀ ਹੈ, ਕੋਈ ਟਾਈਮ ਫਿਕਸੇਸ਼ਨ ਨਹੀਂ ਹੁੰਦੀ। ਸੋ ਇਹੀ ਚੀਜ਼ ਹੈ ਜਿਹੜੀ ਆਪਾਂ ਨਾਰਮਲ ਆਪਣੇ ਪਰਸਨਲ ਕੰਪਿਊਟਰ, ਲੈਪਟਾਪਸ ਦੇ ਵਿੱਚ ਦੇਖਦੇ ਹਾਂ। ਸੋ ਤੁਸੀਂ ਉਹਦੇ ਡਿਫਰੈਂਸ ਸਮਝ ਲੈਣਾ, ਤੁਹਾਨੂੰ ਐਗਜ਼ਾਮ 'ਚ ਆ ਸਕਦਾ ਹੈ ਕਿ ਕਿਹੜੀਆਂ ਐਗਜ਼ਾਮਪਲਸ ਨੇ ਰੀਅਲ ਟਾਈਮ ਆਪਰੇਟਿੰਗ ਸਿਸਟਮ ਦੀਆਂ, ਕਿਹੜੀਆਂ ਜਨਰਲ ਪਰਪਸ ਦੀਆਂ। ਸੋ ਰੀਅਲ ਟਾਈਮ 'ਚ ਆਪਾਂ ਨੇ ਵਾਸ਼ਿੰਗ ਮਸ਼ੀਨ, AC, ਇਹ ਚੀਜ਼ਾਂ ਨੂੰ ਲੈ ਕੇ ਆਉਣਾ ਜਿੱਥੇ ਆਪਾਂ ਟਾਈਮ ਦੱਸ ਸਕਦੇ ਹਾਂ। ਜਿਵੇਂ AC 'ਚ ਕੀ ਹੁੰਦਾ, ਕਈ ਵਾਰੀ ਆਪਾਂ ਆਟੋ ਮੋਡ ਔਨ ਕਰ ਦਿੰਦੇ ਹਾਂ ਕਿ ਇੰਨੇ ਟਾਈਮ ਬਾਅਦ ਕੂਲਿੰਗ ਨਾਰਮਲ ਹੋ ਜਾਵੇ ਜਾਂ ਬੰਦ ਹੋ ਜਾਵੇ AC। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਟਾਈਮ ਆਪਾਂ ਫਿਕਸ ਕਰ ਸਕਦੇ ਹਾਂ ਕਮਾਂਡ ਦੇ ਕੇ, ਜਿਹੜਾ ਉਹ ਆਪਰੇਟਿੰਗ ਸਿਸਟਮ ਹੈ ਉਹ ਹੋ ਗਿਆ ਰੀਅਲ ਟਾਈਮ। ਜਿਹੜਾ ਬਾਕੀ ਜਨਰਲ ਪ੍ਰੋਸੈਸਰ ਤੇ ਡਿਪੈਂਡ ਕਰਦਾ ਹੈ ਉਹ ਹੈ ਜਨਰਲ ਪਰਪਸ ਆਪਰੇਟਿੰਗ ਸਿਸਟਮ। ਆਈ ਹੋਪ ਤੁਹਾਨੂੰ ਬੇਸਿਕ ਡਿਫਰੈਂਸ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋ। ਸੋ ਜਦੋਂ ਵੀ ਕੋਈ ਟੌਪਿਕ ਪੜ੍ਹਨਾ ਹੈ, ਉਹ ਜਿੰਨਾ ਮਰਜ਼ੀ ਟੈਕਨੀਕਲ ਟੌਪਿਕ ਹੈ, ਉਹਦੇ ਤੋਂ ਡਰਨ ਦੀ ਜ਼ਰੂਰਤ ਨਹੀਂ। ਟਰਾਈ ਕਰੋ ਕਿ ਹਰ ਟੌਪਿਕ ਨੂੰ ਤੁਸੀਂ ਆਪਣੇ ਆਲੇ ਦੁਆਲੇ ਦੀ ਇਨਵਾਇਰਨਮੈਂਟ 'ਚੋਂ ਚੀਜ਼ਾਂ ਕੱਢ ਕੇ ਉਹਨਾਂ ਨਾਲ ਰਿਲੇਟ ਕਰਕੇ ਪੜ੍ਹੋ। ਸੋ ਜਦੋਂ ਆਪਾਂ ਆਪਣੇ ਆਲੇ ਦੁਆਲੇ ਦੀ ਚੀਜ਼ਾਂ ਨੂੰ ਦੇਖ ਕੇ ਟੌਪਿਕ ਪੜ੍ਹਦੇ ਹਾਂ
ਤਾਂ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਬਿਨਾਂ ਰੱਟਾ ਮਾਰੇ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਨੇ। ਸੋ ਹੁਣ ਆ ਗਏ ਕਾਮਨਲੀ ਯੂਜ਼ਡ ਆਪਰੇਟਿੰਗ ਸਿਸਟਮ। ਕਿਹੜੇ ਆਪਰੇਟਿੰਗ ਸਿਸਟਮ ਆਪਾਂ ਕਾਮਨਲੀ ਦੇਖਦੇ ਆ ਜਿਹੜੇ ਵਰਤੇ ਜਾਂਦੇ ਨੇ। ਸੋ ਪਹਿਲਾ ਆ ਗਿਆ ਯੂਨਿਕਸ। ਯੂਨਿਕਸ ਹੈ ਆਪਾਂ ਨੇ ਜਿੰਨੇ ਵੀ ਆਪਰੇਟਿੰਗ ਸਿਸਟਮ ਨੇ ਜਿੱਥੇ ਉਹਨਾਂ ਦੇ ਡਿਵੈਲਪਰਸ ਨੇ ਮੈਂ ਤੁਹਾਨੂੰ ਨਾਮ ਮੈਂਸ਼ਨ ਕੀਤੇ ਨੇ, ਤੁਸੀਂ ਉਹਨਾਂ ਨੂੰ ਬਿਲਕੁਲ ਮਿਸ ਨਹੀਂ ਕਰਨਾ। ਐਗਜ਼ਾਮ 'ਚ ਇਹ ਕਿੰਨਾ ਨੇ ਬਣਾਏ ਨੇ, ਕਿੰਨਾ ਨੇ ਡਿਵੈਲਪ ਕੀਤੇ ਨੇ, ਇਹ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕੰਪਿਊਟਰ ਨੌਲੇਜ ਦੇ ਸਬਜੈਕਟ 'ਚੋਂ। ਸੋ ਯੂਨਿਕਸ ਹੈ, ਇਹ ਮਲਟੀ ਯੂਜ਼ਰ ਕੰਪਿਊਟਰ ਆਪਰੇਟਿੰਗ ਸਿਸਟਮ ਹੈ। ਇਹਨੂੰ ਇੱਕ ਸਮੇਂ ਤੇ ਬਹੁਤ ਜਾਣੇ ਯੂਜ਼ ਕਰ ਸਕਦੇ ਨੇ। ਇਹਨੂੰ ਡਿਵੈਲਪ ਕੀਤਾ AT&T ਬੈਲ ਲੈਬਸ। ਇਹ ਬੈਲ ਲੈਬਸ ਤੁਸੀਂ ਨਾਮ ਯਾਦ ਰੱਖਣਾ। ਸੋ ਇਹਨੂੰ ਆਪਾਂ C ਲੈਂਗੁਏਜ ਕਹਿੰਦੇ ਆ ਤੇ ਇਹ ਡਿਵੈਲਪ ਹੋਈ ਸੀ 1960 ਦੇ ਅਰਾਊਂਡ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜਿਹੜਾ ਆਪਰੇਟਿੰਗ ਸਿਸਟਮ ਹੈ ਆਪਾਂ ਆਲਰੇਡੀ ਦੇਖ ਚੁੱਕੇ ਆ ਕਿ ਇਹਦੇ 'ਚ ਆਪਾਂ ਜ਼ਿਆਦਾ ਸਾਰੀਆਂ ਟਰਮੀਨਲਸ ਲਗਾ ਕੇ ਇੱਕ ਸਮੇਂ ਤੇ ਬਹੁਤ ਸਾਰੇ ਯੂਜ਼ਰਸ ਇਹਨੂੰ ਯੂਜ਼ ਕਰ ਸਕਦੇ ਨੇ। ਸੋ ਇਹ ਮਲਟੀਟਾਸਕਿੰਗ ਹੈ, ਪੋਰਟੇਬਲ ਹੈ। ਇਹਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਇਸ ਆਪਰੇਟਿੰਗ ਸਿਸਟਮ ਨੂੰ ਆਪਾਂ ਸ਼ਿਫਟ ਕਰ ਸਕਦੇ ਆ ਬਿਨਾਂ ਕਿਸੇ ਰੁਕਾਵਟ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ। ਫਿਰ ਜਿਹੜਾ ਸਿਸਟਮ ਹੈ ਇਹਦੇ 'ਚ 3 ਲੇਅਰਸ ਹੁੰਦੀਆਂ ਨੇ। 3 ਲੇਅਰਡ ਸਟਰਕਚਰ ਹੈ ਯੂਨਿਕਸ ਦਾ। ਤੁਸੀਂ ਦੇਖ ਸਕਦੇ ਹੋ ਇਹ ਹੈ ਯੂਨਿਕਸ ਦਾ ਸਟਰਕਚਰ। ਸੈਂਟਰ 'ਚ ਹੈ ਕਰਨਲ, ਬਾਹਰ ਹੈ ਸ਼ੈਲ, ਲਾਸਟ ਵਿੱਚ ਹੈ ਯੂਟਿਲਿਟੀ। ਸੋ ਹੁਣ ਆਪਾਂ ਦੇਖਦੇ ਹਾਂ ਇੱਕ ਇੱਕ ਕਰਕੇ ਕਿ ਇਹ ਹੈ ਕੀ। ਕਰਨਲ ਦਾ ਮਤਲਬ ਹੈ ਉਹ ਚੀਜ਼ ਜਿਹੜੀ ਟਾਸਕ ਨੂੰ ਸ਼ਡਿਊਲ ਕਰਦੀ ਹੈ, ਮਤਲਬ ਤੁਹਾਡਾ ਟਾਈਮ ਸੈੱਟ ਕਰ ਰਹੀ ਹੈ ਆਪਰੇਟਿੰਗ ਸਿਸਟਮ ਦਾ। ਸ਼ੈਲ ਹੈ ਯੂਜ਼ਰ ਤੇ ਕਰਨਲ, ਮਤਲਬ ਜਿਹੜਾ ਬਾਹਰ ਬੰਦਾ ਯੂਜ਼ ਕਰ ਰਿਹਾ ਹੈ ਉਹਦੇ ਤੇ ਟਾਈਮ, ਜਿੰਨਾ ਟਾਈਮ ਲੱਗਣਾ ਆਪਰੇਟਿੰਗ ਸਿਸਟਮ ਨੂੰ, ਉਹਦੇ ਵਿੱਚ ਇੱਕ ਤਰ੍ਹਾਂ ਦਾ ਬ੍ਰਿਜ ਦਾ ਕੰਮ ਕਰਦੀ ਹੈ, ਇੱਕ ਇੰਟਰਫੇਸ ਦਾ। ਸੋ ਸ਼ੈਲ ਦੇ ਥਰੂ ਕੀ ਹੈ ਕਿ ਕਰਨਲ ਕਮਾਂਡ ਦਿੰਦਾ ਹੈ ਕਿ ਮੈਨੂੰ ਇੰਨਾ ਟਾਈਮ ਲੱਗੂ ਕਿ ਤੂੰ ਬਾਹਰ ਜਾ ਕੇ ਜਿਹੜਾ ਯੂਜ਼ਰ ਬੈਠਾ ਉਹਨੂੰ ਦੱਸ ਦੇ। ਸੋ ਇਟ ਇੰਟਰਪ੍ਰੇਟਸ ਦ ਯੂਜ਼ਰਸ ਕਮਾਂਡ ਐਂਡ ਐਗਜ਼ੀਕਿਊਟ them। ਸੋ ਯੂਜ਼ਰ ਜੋ ਵੀ ਕਮਾਂਡ ਕਰਦਾ, ਜੋ ਚੀਜ਼ ਲੱਭਣ ਲਈ ਕਹਿੰਦਾ ਯੂਨਿਕਸ ਆਪਰੇਟਿੰਗ ਸਿਸਟਮ ਨੂੰ, ਉਹ ਸ਼ੈਲ ਕਰਨਲ ਤੱਕ ਅੰਦਰ ਤੱਕ ਪਹੁੰਚਾਉਂਦੀ ਹੈ। ਫਿਰ ਕਰਨਲ ਦੱਸਦਾ ਵੀ ਮੈਨੂੰ ਇੰਨਾ ਟਾਈਮ ਲੱਗੂ। ਯੂਟਿਲਿਟੀ ਦਾ ਮਤਲਬ ਹੈ ਕਿ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਇਹ ਚੀਜ਼ਾਂ ਆਸਾਨੀ ਦੇ ਨਾਲ ਹੋ ਸਕਦੀਆਂ ਨੇ। ਸੋ ਉਹ ਸਾਰੇ ਪ੍ਰੋਗਰਾਮ ਜਿਹੜੇ ਕਿ ਆਲਰੇਡੀ ਜੋ ਇੱਕ ਕੰਪਿਊਟਰ ਦੇ ਅੰਦਰ ਪਏ ਨੇ, ਉਹਨਾਂ ਦੀ ਮਦਦ ਦੇ ਨਾਲ ਆਪਾਂ ਯੂਜ਼ਰ ਤੱਕ ਪਹੁੰਚਾਉਂਦੇ ਆ, ਉਹਨੂੰ ਕਹਿੰਦੇ ਆ ਯੂਟਿਲਿਟੀ ਪ੍ਰੋਗਰਾਮ। ਮਤਲਬ ਕਿ ਮੈਂ ਕਮਾਂਡ ਦਿੱਤੀ ਕਿ ਮੈਨੂੰ PDF ਫਾਈਲ ਚਾਹੀਦੀ ਹੈ। ਸੋ ਯੂਟਿਲਿਟੀ ਮਤਲਬ ਕਿ ਜਿੱਥੇ PDF ਫਾਈਲਸ ਨੇ, ਫਟਾਫਟ ਯੂਟਿਲਿਟੀ ਕਮਾਂਡ ਸ਼ੈਲ ਨੂੰ ਉਹ ਚੀਜ਼ ਦੱਸੂਗੀ। ਸੋ ਸ਼ੈਲ ਉਹ ਚੀਜ਼ ਕਰਨਲ ਕੋਲ ਲੈ ਕੇ ਜਾਊਗੀ, ਕਰਨਲ ਦੱਸੂ ਵੀ ਮੈਨੂੰ ਇੰਨਾ ਟਾਈਮ ਲੱਗੂ। ਸੋ ਸ਼ੈਲ ਦੁਬਾਰਾ ਉਹ ਚੀਜ਼ ਸਿੱਧੀ ਯੂਜ਼ਰ ਤੱਕ ਪਹੁੰਚਾਊ। ਸੋ ਇਹ ਤੁਸੀਂ ਇਸੇ ਤਰ੍ਹਾਂ ਹਾਇਰਾਰਕੀ ਆਰਡਰ 'ਚ ਪੜ੍ਹਨਾ ਹੈ ਕਿ ਅੰਦਰ ਕਿਹੜੀ ਚੀਜ਼ ਹੈ, ਬਾਹਰ ਯੂਜ਼ਰ ਪਹਿਲਾਂ ਕਿਹਦੇ ਕੋਲ ਜਾਊ, ਫਿਰ ਸ਼ੈਲ ਕੀ ਕਰਦਾ ਹੈ, ਫਿਰ ਕਰਨਲ ਦਾ ਕੰਮ ਕੀ ਹੈ। ਜਿਹੜਾ ਲਾਈਨੈਕਸ ਆਪਰੇਟਿੰਗ ਸਿਸਟਮ ਹੈ ਇਹ ਵੀ ਇੱਕ ਵਿੰਡੋ ਆਪਰੇਟਿੰਗ ਸਿਸਟਮ ਹੈ। ਸੋ ਇਹਦੇ ਵਿੱਚ ਵੀ ਮਲਟੀ ਯੂਜ਼ਰ ਕੰਮ ਕਰ ਸਕਦੇ ਨੇ ਤੇ ਕਹਿੰਦੇ ਇਹ ਬਹੁਤ ਸਾਰੇ ਕੰਪਿਊਟਰ ਮਾਡਲਸ ਦੇ ਉੱਤੇ ਕੰਮ ਕਰ ਸਕਦਾ ਹੈ। ਉਸ ਤੋਂ ਬਾਅਦ ਇਹ ਕਹਿੰਦੇ ਫ੍ਰੀ ਚ ਆਉਂਦਾ ਜਿਹੜਾ ਵਿੰਡੋ ਆਪਰੇਟਿੰਗ ਸਿਸਟਮ ਹੈ ਉਹ ਆਪਾਂ ਨੂੰ ਕੁਝ ਡਾਊਨਲੋਡ ਕਰਨਾ ਪੈਂਦਾ ਹੈ, ਉਹਦੇ ਲੇਟੈਸਟ ਵਰਜ਼ਨ ਖਰੀਦਣੇ ਪੈਂਦੇ ਨੇ। ਸੋ ਉਹ ਇੱਕ ਐਕਸਪੈਂਸਿਵ ਚੀਜ਼ ਹੈ। ਤੇ ਜਿਹੜੀ ਲਾਈਨੈਕਸ ਹੈ ਕਹਿੰਦੇ ਇਹ ਵਿੰਡੋ ਦੀ ਤਰ੍ਹਾਂ ਹੀ ਕੰਮ ਕਰਦਾ ਹੈ, ਪਰ ਆਪਾਂ ਨੂੰ ਕੀ ਹੈ ਇਹਨੂੰ ਖਰੀਦਣਾ ਨਹੀਂ ਪੈਂਦਾ, ਇਹਨੂੰ ਆਪਾਂ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹਾਂ। ਸੋ ਇਹ ਇੱਕ ਇੰਪੋਰਟੈਂਟ ਐਡਵਾਂਟੇਜ ਹੈ ਬਾਕੀ ਆਪਰੇਟਿੰਗ ਸਿਸਟਮਸ ਨਾਲੋਂ ਲਾਈਨੈਕਸ ਦੀ, ਜੋ ਆਪਾਂ ਨੇ ਯਾਦ ਰੱਖਣੀ ਹੈ। ਦੂਜੀ ਇੰਪੋਰਟੈਂਟ ਚੀਜ਼, ਇਹ ਓਪਨ ਹੈ, ਇਹਨੂੰ ਕੋਈ ਵੀ ਐਕਸੈਸ ਕਰ ਸਕਦਾ ਹੈ। ਸੋ ਆਪਣੀ ਜ਼ਰੂਰਤ ਦੇ ਮੁਤਾਬਿਕ ਆਪਾਂ ਇਹਨੂੰ ਚੇਂਜ ਕਰ ਸਕਦੇ ਹਾਂ। ਸੋ ਇਹ ਵੀ ਇੱਕ ਇੰਪੋਰਟੈਂਟ ਫੀਚਰ ਹੈ ਲਾਈਨੈਕਸ ਦਾ। ਪਰ ਜਿਹੜਾ ਸਿਕਿਉਰਿਟੀ ਸਿਸਟਮ ਹੈ ਉਹ ਕਹਿੰਦੇ ਬਹੁਤ ਸਟਰੋਂਗ ਹੈ। ਸਿਕਿਉਰਿਟੀ ਸਿਸਟਮ ਮਤਲਬ ਕਿ ਛੇਤੀ ਇਹਦੇ 'ਚ ਕੋਈ ਵਾਇਰਸ ਨਹੀਂ ਆਉਂਦਾ। ਇਟ ਇਜ਼ ਨਾਟ ਈਜ਼ੀਲੀ ਇਨਫੈਕਟਡ ਬਾय ਦ ਵਾਇਰਸਿਸ। ਸੋ ਇਹ ਇੰਪੋਰਟੈਂਟ ਆਪਾਂ ਨੇ ਚੀਜ਼ ਯਾਦ ਰੱਖਣੀ ਹੈ। ਫਿਰ ਹੈ ਸੋਲਰਿਸ। ਜਿਹੜਾ ਸੋਲਰਿਸ ਹੈ ਇੱਕ ਯੂਨਿਕਸ ਦਾ ਹੀ ਆਪਰੇਟਿੰਗ ਸਿਸਟਮ ਹੈ ਤੇ ਇਹਨੂੰ ਡਿਵੈਲਪ ਕੀਤਾ ਹੈ ਸਨ ਮਾਈਕਰੋ ਸਿਸਟਮ, ਵੈਰੀ ਇੰਪੋਰਟੈਂਟ ਨੇਮ। ਪਰ ਕਹਿੰਦੇ ਹੁਣ ਇਹਨੂੰ ਅੱਜ ਦੇ ਆਪਾਂ ਸਮੇਂ ਦੀ ਜੇ ਗੱਲ ਕਰੀਏ ਤਾਂ ਇਹਨੂੰ ਓਰੈਕਲ ਸੋਲਰਿਸ ਕਹਿੰਦੇ ਆ, ਕਿਉਂਕਿ ਇਸ ਸਿਸਟਮ ਨੂੰ ਜਿਹੜਾ ਯੂਨਿਕਸ ਦਾ ਸੀਗਾ ਇਹਨੂੰ ਹੁਣ ਕਿਹਨੇ ਲੈ ਲਿਆ, ਇਹਨੂੰ ਓਰੈਕਲ ਕੰਪਨੀ ਨੇ ਲੈ ਲਿਆ 2010 ਜਨਵਰੀ ਦੇ ਵਿੱਚ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਤੇ ਇਹ ਮੇਨਲੀ ਸਿਰਫ
ਇੱਕ ਹੀ ਹਾਰਡਵੇਅਰ ਦੇ ਉੱਤੇ ਕੰਮ ਕਰਦਾ ਹੈ, ਸਨਸ ਹਾਰਡਵੇਅਰ, ਜਿਹਦਾ ਨਾਮ ਹੈ ਸਪਾਰਕ। ਸੋ ਆਪਾਂ ਨੇ ਯਾਦ ਰੱਖਣਾ ਹੈ ਕਿ ਜਿਹੜਾ ਸੋਲਰਿਸ ਆਪਰੇਟਿੰਗ ਸਿਸਟਮ ਹੈ ਉਹ ਕਿਹੜੇ ਹਾਰਡਵੇਅਰ ਦੇ ਵਿੱਚ ਕੰਮ ਕਰਦਾ ਹੈ। ਸੋ ਬੇਸਿਕਲੀ ਇਹ ਸਪਾਰਕ ਦੇ ਵਿੱਚ ਕੰਮ ਕਰਦਾ ਹੈ ਤੇ ਇਹਦੀ ਲੈਂਗੁਏਜ ਹੈ, ਪ੍ਰੋਗਰਾਮਿੰਗ ਲੈਂਗੁਏਜ ਹੈ ਸੀ, ਤੇ ਇਹਦਾ ਜਿਹੜਾ ਮੇਨ ਯੂਨਿਕਸ ਆਪਰੇਟਿੰਗ ਸਿਸਟਮ ਉਸ ਫੈਮਿਲੀ ਦਾ ਹੀ ਇੱਕ ਪਾਰਟ ਹੈ। ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਬੈਸਟ ਸੂਟਡ ਹੈ ਸਿਰਫ ਔਰ ਸਿਰਫ ਸਪਾਰਕ ਦੇ ਲਈ। ਬਾਕੀ ਜਿਹੜੇ ਹੋਰ ਕੋਈ ਵੀ ਆਪਣੇ ਜਿਵੇਂ ਵਿੰਡੋਜ਼ ਹੋ ਗਿਆ, ਮੈਕ ਹੋ ਗਿਆ, ਉਹਨਾਂ ਦੇ ਕੰਪੈਰੀਟਿਵਲੀ ਕਹਿੰਦੇ ਜਿਹੜਾ ਦਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ, ਕਮਾਂਡ ਦੇਣ ਵਾਲਾ ਜਾਂ ਮਾਊਸ ਦੀ ਕਲਿੱਕ ਵਾਲਾ, ਉਹ ਇੰਨਾ ਵਧੀਆ ਨਹੀਂ ਹੈ। ਤੇ ਇਹੀ ਕਾਰਨ ਹੈ ਕਿ ਜਿਹੜਾ ਸੋਲਰਿਸ ਹੈ ਇਹਨੂੰ ਆਪਾਂ ਕਾਮਨਲੀ ਯੂਜ਼ ਨਹੀਂ ਕਰਦੇ, ਇਹਨੂੰ ਸਿਰਫ ਇੱਕ ਹਾਰਡਵੇਅਰ ਤੱਕ ਹੀ ਸੀਮਿਤ ਰੱਖਿਆ ਹੋਇਆ। ਫਿਰ ਆ ਗਿਆ ਬੌਸ, ਭਾਰਤ ਆਪਰੇਟਿੰਗ ਸਿਸਟਮ ਸੋਲਿਊਸ਼ਨ। ਇੰਡੀਆ ਦਾ ਆਪਣਾ ਪਰਸਨਲ ਕੰਪਿਊਟਰ ਆਪਰੇਟਿੰਗ ਸਿਸਟਮ। ਮੋਸਟ ਇੰਪੋਰਟੈਂਟ ਥਿੰਗ ਫॉर ਯੂ ਟੂ ਰਿਮੈਂਬਰ ਅੰਡਰ ਦਿਸ ਟੌਪਿਕ, ਕਿਉਂਕਿ ਜਦੋਂ ਆਪਾਂ ਹੁਣ ਇੰਡੀਆ 'ਚ ਬੈਠੇ ਹਾਂ, ਉਰੋਂ ਦੇ ਪੇਪਰਾਂ ਦੀ ਗੱਲ ਕਰ ਰਹੇ ਹਾਂ, ਉਰੋਂ ਦਾ ਟੌਪਿਕ ਪੜ੍ਹ ਰਹੇ ਹਾਂ, ਤਾਂ ਆਪਰੇਟਿੰਗ ਸਿਸਟਮ ਜਿਹੜਾ ਇੰਡੀਆ ਦਾ ਡਿਵੈਲਪਡ ਹੈ ਆਪਣਾ, ਉਹਦਾ ਨਾਮ ਬਹੁਤ ਇੰਪੋਰਟੈਂਟ ਹੈ। ਇਹਦੀ ਡੈਫੀਨੇਸ਼ਨ, ਇਹਦੀ ਇੱਕ ਇੱਕ ਚੀਜ਼, ਕਿੰਨੀਆਂ ਲੈਂਗੁਏਜਸ 'ਚ ਅਵੇਲੇਬਲ ਹੈ, ਕਿਹਨੇ ਡਿਵੈਲਪ ਕੀਤਾ, ਕਿਹੜੇ ਸਾਲ 'ਚ ਕੀਤਾ, ਹਰ ਚੀਜ਼ ਆਪਾਂ ਦੇਖਾਂਗੇ। ਸੋ ਕਹਿੰਦੇ ਬੌਸ ਫੁੱਲ ਫਾਰਮ ਭਾਰਤ ਆਪਰੇਟਿੰਗ ਸਿਸਟਮ ਸੋਲਿਊਸ਼ਨ। ਇੰਡੀਆ ਦਾ ਆਪਣਾ ਪਰਸਨਲ ਕੰਪਿਊਟਰ ਆਪਰੇਟਿੰਗ ਸਿਸਟਮ ਹੈ। ਇੰਡੀਆ ਦੀ ਆਪਣੀ ਜਿਹੜੀ ਸੌਫਟਵੇਅਰ ਇੰਡਸਟਰੀ ਹੈ, ਬੌਸ ਲਾਈਨੈਕਸ, ਤੁਸੀਂ ਇਹਦਾ ਨਾਮ ਯਾਦ ਰੱਖਣਾ ਹੈ, ਇਹਨੇ ਡਿਵੈਲਪ ਕੀਤਾ ਹੈ। ਸੋ ਪਹਿਲੀ ਵਾਰੀ ਜਨਵਰੀ 2007 ਚ ਇਹਨੂੰ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨੂੰ ਥੋੜਾ ਮੋਡੀਫਾਈ ਕਰਕੇ, ਚੇਂਜ ਕਰਕੇ, ਨਵੀਂ ਟੈਕਨੋਲੋਜੀ ਪਾ ਕੇ ਫਰਵਰੀ 2011 ਚ ਦੁਬਾਰਾ ਲਾਂਚ ਕੀਤਾ। ਤੇ ਇਹ ਇੱਕ ਡਿਵੈਲਪ ਕੀਤਾ ਸਰਕਾਰ ਦੇ ਹੀ ਇੱਕ ਡਿਪਾਰਟਮੈਂਟ ਨੇ, ਗਵਰਨਮੈਂਟ ਡਿਪਾਰਟਮੈਂਟ ਨੇ, ਜਿਹਦਾ ਨਾਮ ਹੈ ਨੈਸ਼ਨਲ ਰਿਸੋਰਸ ਸੈਂਟਰ ਫॉर ਫ੍ਰੀ ਓਪਨ ਸੋਰਸ ਸੌਫਟਵੇਅਰ। ਅੰਡਰ ਕਿਹੜੇ ਡਿਪਾਰਟਮੈਂਟ ਦੇ ਅੰਦਰ ਆਉਂਦਾ, ਕਿਹੜੇ ਸੈਂਟਰ ਦੇ ਅੰਦਰ ਆਉਂਦਾ? ਸੋ ਇਹ ਆਉਂਦਾ ਸੈਂਟਰ ਫॉर ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ। ਸੋ ਇੱਕ ਇੱਕ ਨਾਮ, ਇੱਕ ਇੱਕ ਡਿਪਾਰਟਮੈਂਟ ਵਰਡ ਤੁਹਾਡੇ ਲਈ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਪੂਰੀ ਸਲਾਈਡ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਸੋ ਹੁਣ ਆਪਾਂ ਨੇ ਦੇਖ ਲਿਆ ਵੀ ਇੰਡੀਆ ਦਾ ਆਪਣਾ ਇੱਕ ਪਰਸਨਲ ਆਪਰੇਟਿੰਗ ਸਿਸਟਮ ਹੈ ਬੌਸ। ਸੋ ਬੌਸ ਪਹਿਲਾਂ ਆਇਆ 2007 ਚ, ਫਿਰ ਆਇਆ 2011 ਚ। ਬੌਸ ਨੂੰ ਸਰਕਾਰ ਨੇ ਬਣਾਇਆ, ਸਰਕਾਰ ਦੇ ਇੱਕ ਡਿਪਾਰਟਮੈਂਟ ਨੇ ਬਣਾਇਆ, ਜਿਹਦਾ ਨਾਮ ਹੈ NRC FOSS, ਤੇ ਕਿਹੜੇ ਸੈਂਟਰ ਚ ਆਉਂਦਾ? CDAC। ਉਸ ਤੋਂ ਬਾਅਦ ਕਿੰਨੀਆਂ ਭਾਸ਼ਾਵਾਂ ਦੇ ਵਿੱਚ, ਕਿੰਨੀਆਂ ਲੈਂਗੁਏਜਸ ਦੇ ਵਿੱਚ ਅਵੇਲੇਬਲ ਹੈ, ਬਹੁਤ ਇੰਪੋਰਟੈਂਟ, ਇਹ ਟੋਟਲ 18 ਇੰਡੀਅਨ ਲੈਂਗੁਏਜਸ ਦੇ ਵਿੱਚ ਅਵੇਲੇਬਲ ਹੈ। ਤੇ ਕਹਿੰਦੇ ਜਿਹੜੀ ਇੰਡੀਆ ਦੀ ਸਰਕਾਰ ਹੈ ਉਹਦਾ ਏਮ ਹੈ, ਮਕਸਦ ਹੈ ਕਿ ਇਹਨੂੰ ਆਪਾਂ ਆਫੀਸ਼ੀਅਲੀ ਨੈਸ਼ਨਲ ਲੈਵਲ ਦੇ ਉੱਤੇ ਲਾਗੂ ਕਰਵਾਈਏ। ਸੋ ਜਿੰਨੀਆਂ ਵੀ ਗਵਰਨਮੈਂਟ ਆਰਗੇਨਾਈਜੇਸ਼ਨ ਨੇ, ਆਫਿਸ ਨੇ, ਉਹ ਇਹਨੂੰ ਯੂਜ਼ ਕਰਦੇ ਨੇ। ਕਿਉਂ? ਕਿਉਂਕਿ ਇੰਡੀਆ 'ਚ ਆਪਾਂ ਨੂੰ ਪਤਾ ਹੈ ਕਿ ਕਿੰਨੀ ਜ਼ਿਆਦਾ ਡਾਇਵਰਸਿਟੀ ਹੈ, ਅੱਡ-ਅੱਡ ਤਰ੍ਹਾਂ ਦੇ ਲੋਕ ਕੰਮ ਕਰਦੇ ਨੇ, ਚਾਹੇ ਉਹ ਦਿੱਲੀ ਹੈ, ਮੁੰਬਈ ਹੈ, ਕਿਤੇ ਵੀ। ਜਿੰਨੀਆਂ ਵੱਡੀਆਂ ਮੈਟਰੋ ਸਿਟੀਜ਼ ਨੇ, ਉਹਨਾਂ ਤੁਸੀਂ ਗਵਰਨਮੈਂਟ ਆਫਿਸਿਸ 'ਚ ਜਾ ਕੇ ਦੇਖੋਗੇ, ਤੁਹਾਨੂੰ ਪੂਰੇ ਦੇਸ਼ ਦੀ ਅੱਡ-ਅੱਡ ਸਟੇਟ ਦੇ ਲੋਕ ਬੈਠੇ ਮਿਲਣਗੇ। ਸੋ ਉਹਨਾਂ ਸਾਰੇ ਲੋਕਾਂ ਦੀ, ਅਲੱਗ-ਅਲੱਗ ਲੈਂਗੁਏਜਸ ਦੇ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹਦਾ ਧਿਆਨ 'ਚ ਰੱਖਦੇ ਹੋਏ ਇਸ ਆਪਰੇਟਿੰਗ ਸਿਸਟਮ ਨੂੰ ਡਿਵੈਲਪ ਕੀਤਾ ਗਿਆ। ਸੋ ਕਾਸਟ ਵਾਈਜ਼ ਇਹ ਬਹੁਤ ਫੇਵਰੇਬਲ ਹੈ, ਇਹਨੂੰ ਇੰਸਟਾਲ ਕਰਨਾ, ਮੇਨਟੇਨੈਂਸ ਕਰਨਾ ਇਹਦੀ ਬਹੁਤ ਸੌਖੀ ਹੈ। ਸੋ ਕਹਿੰਦੇ ਜਿਹੜਾ ਇਹ ਬੌਸ ਯੂਜ਼ਰ ਕਮਿਊਨਿਟੀ ਹੈ, ਇਹਦੇ ਵਿੱਚ ਟਾਈਮ ਟੂ ਟਾਈਮ ਲੇਟੈਸਟ ਅਪਡੇਟ ਪਾਉਂਦੀ ਰਹਿੰਦੀ ਹੈ। ਉਸ ਤੋਂ ਬਾਅਦ ਕਹਿੰਦੇ ਹੋਰ ਇੱਕ ਇੰਪੋਰਟੈਂਟ ਚੀਜ਼ ਕਿ ਜਿਹੜਾ ਆਪਰੇਟਿੰਗ ਸਿਸਟਮ ਹੈ, ਇਹਦੀ ਸਰਕਾਰ ਦੀ ਪੂਰੀ ਸਪੋਰਟ ਹੈ ਇਹਨੂੰ। ਤੇ ਕਹਿੰਦੇ ਸਰਕਾਰ ਇਹ ਚਾਹੁੰਦੀ ਹੈ ਕਿ ਆਪਣੇ ਦੇਸ਼ ਦੇ ਜਿੰਨੇ ਵੀ ਏਰੀਆਜ਼ ਨੇ, ਚਾਹੇ ਕੋਈ ਰਿਮੋਟੈਸਟ ਤੋਂ ਰਿਮੋਟੈਸਟ ਏਰੀਆ ਹੈ, ਉੱਥੇ ਆਪਾਂ ਬੌਸ ਦਾ ਐਕਸੈਸ ਪਹੁੰਚਾਈਏ ਤੇ ਸਟਰੋਂਗ ਕਰੀਏ। ਸੋ ਜਿੱਥੇ ਹੋਰ ਕੋਈ ਆਪਰੇਟਿੰਗ ਸਿਸਟਮ ਨਹੀਂ ਚੱਲਦਾ, ਇੰਡੀਅਨ ਗਵਰਨਮੈਂਟ ਦਾ ਇਹ ਏਮ ਹੈ, ਇਹ ਟਾਰਗੇਟ ਹੈ ਕਿ ਉੱਥੇ ਆਪਾਂ ਬੌਸ ਭਾਰਤ ਆਪਰੇਟਿੰਗ ਸਿਸਟਮ ਸੋਲਿਊਸ਼ਨ ਨੂੰ ਪਹੁੰਚਾਈਏ। ਫਿਰ ਹੈ ਵਿੰਡੋ ਆਪਰੇਟਿੰਗ ਸਿਸਟਮ। ਸਭ ਤੋਂ ਕਾਮਨ, ਮੋਸਟਲੀ ਆਪਾਂ ਆਪਣੇ ਲੈਪਟਾਪਸ ਵਗੈਰਾ ਦੇ ਵਿੱਚ ਇਹੀ ਯੂਜ਼ ਕਰਦੇ ਹਾਂ। ਸੋ ਐਪਲ ਤੋਂ ਬਿਨਾ ਆਪਾਂ ਜਿਹੜੇ ਬਾਕੀ ਮੇਜਰਲੀ ਜੋ ਵੀ ਕੰਪਨੀਜ਼ ਦੇ ਬਣਾਏ ਹੋਏ ਲੈਪਟਾਪਸ ਨੇ, ਉਹਨਾਂ 'ਚ ਆਪਾਂ ਮਾਈਕਰੋਸੌਫਟ ਯੂਜ਼ ਕਰਦੇ ਹਾਂ। ਸੋ 1985 ਤੱਕ ਕਹਿੰਦੇ ਇਹਦੇ ਵਿੱਚ ਸਿਰਫ ਔਰ ਸਿਰਫ ਟਾਈਪਿੰਗ ਵਾਲੀ, ਕੀਬੋਰਡ ਦੇ ਜ਼ਰੀਏ ਕਮਾਂਡ ਦੇਣ ਵਾਲਾ ਹੀ ਇੰਟਰਫੇਸ ਸੀ, ਜਿਵੇਂ MS DOS। ਉਸ ਤੋਂ ਬਾਅਦ 1985 ਤੋਂ ਬਾਅਦ ਮਾਈਕਰੋਸੌਫਟ ਨੇ ਜਿਹੜੀ ਵਿੰਡੋ ਆਪਰੇਟਿੰਗ ਸਿਸਟਮ ਹੈ ਉਹਨੂੰ ਡਿਵੈਲਪ ਕੀਤਾ ਤੇ ਉਹਦੇ 'ਚ ਨਵੀਂ ਚੀਜ਼ ਪਾਈ, ਗ੍ਰਾਫਿਕਲ ਯੂਜ਼ਰ ਇੰਟਰਫੇਸ। ਸੋ ਆਪਾਂ ਮਾਊਸ ਦੀ ਵਰਤੋਂ
क्लिक करके कमांड देने की वरतों किस ईयर तो बाद करन लगे 1985 तो बाद 1985 ਤੋਂ ਪਹਿਲਾਂ ਆਪਾਂ ਸਿਰਫ ਕੀਬੋਰਡ ਦੀ ਵਰਤੋਂ ਦੇ ਨਾਲ ਹੀ ਕਮਾਂਡ ਕਰਦੇ ਸੀ ਕੰਪਿਊਟਰ ਦੀ ਵਰਤੋਂ ਕਰਦੇ ਸੀ ਸੋ ਮੋਸਟਲੀ ਕਹਿੰਦੇ ਜਿੰਨੇ ਵੀ ਆਪਣੇ ਪਰਸਨਲ ਕੰਪਿਊਟਰ ਨੇ ਆਪਾਂ ਉਹਨਾਂ ਚ ਦੀ ਵਰਤੋਂ ਕਰਦੇ ਆ ਸੋ ਇਹਦੀ ਜਿਹੜੀ ਲੈਂਗੁਏਜ ਹੈ ਇਸ ਤੋਂ ਪਹਿਲਾਂ ਆਪਾਂ ਨੇ ਜਿੰਨੇ ਵੀ ਆਪਰੇਟਿੰਗ ਸਿਸਟਮ ਪੜ੍ਹੇ ਨੇ ਸਾਰਿਆਂ 'ਚ ਆਪਾਂ ਨੇ ਸੀ ਲੈਂਗੁਏਜ ਦੇਖੀ ਇਹਦੇ ਵਿੱਚ C++ ਲੈਂਗੁਏਜ ਹੈ ਤੇ ਇਹ GUI ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੇ ਉੱਤੇ ਬੇਸਡ ਹੈ ਇੱਕ ਕਲੋਜ਼ਡ ਸੋਰਸ ਸੌਫਟਵੇਅਰ ਹੈ ਈਜ਼ੀਲੀ ਐਕਸੈਸਿਬਲ ਨਹੀਂ ਹੈ ਤੁਹਾਨੂੰ ਇੰਸਟਾਲ ਕਰਨਾ ਪਊ ਤੁਸੀਂ ਜੇ ਇਹਦਾ ਵਧੀਆ ਤਰੀਕੇ ਦੀ ਇਹਦੇ ਤੋਂ ਕੰਮ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਦਾ ਲੇਟੈਸਟ ਵਰਜ਼ਨ ਦੇਖਣਾ ਪਊ ਸੋ ਵਿੰਡੋਜ਼ 8 ਜਿਵੇਂ ਆਇਆ ਇਹਦਾ ਲੇਟੈਸਟ ਵਰਜ਼ਨ ਸੋ ਅੱਡ-ਅੱਡ ਕੰਟਰੀਜ਼ ਕਈਆਂ 'ਚ ਤਾਂ ਪਹਿਲਾਂ ਆ ਜਾਂਦਾ ਹੈ ਲੇਟੈਸਟ ਵਰਜ਼ਨ ਜਿਵੇਂ ਇੰਡੀਆ 'ਚ ਥੋੜੀ ਲੇਟ ਆ ਜਾਂਦਾ ਹੈ ਆਪਾਂ ਨੂੰ ਬਾਏ ਕਰਨਾ ਪੈਂਦਾ ਹੈ ਸੋ ਕਹਿੰਦੇ ਇਹਦੀ ਪਪੂਲੈਰਿਟੀ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਇਹ ਵਿੰਡੋ ਸਿਸਟਮ ਹੈ ਇਹਦੇ ਵਿੱਚ ਕੀ ਹੈ ਕਿ ਟਾਈਮ ਟੂ ਟਾਈਮ ਆਪਾਂ ਨੂੰ ਅਪਡੇਟ ਕਰਨ ਦੀ ਨੋਟੀਫਿਕੇਸ਼ਨ ਆਉਂਦੀ ਰਹਿੰਦੀ ਹੈ ਤੁਸੀਂ ਦੇਖਿਆ ਹੋ ਜਦੋਂ ਵੀ ਤੁਸੀਂ ਕੰਪਿਊਟਰ ਲੈਪਟਾਪ ਯੂਜ਼ ਕਰਦੇ ਹੋ ਥੋੜੇ ਸਮੇਂ ਬਾਅਦ ਤੁਹਾਨੂੰ ਆ ਜਾਂਦਾ ਹੈ ਅਪਡੇਟ ਅਵੇਲੇਬਲ ਸੋ ਅਪਡੇਟ ਅਵੇਲੇਬਲ ਦਾ ਮਤਲਬ ਇਹੀ ਆ ਕਿ ਮਾਈਕਰੋਸਾਫਟ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਜੋ ਵੀ ਪ੍ਰੋਬਲਮਸ ਚੱਲ ਰਹੀਆਂ ਨੇ ਸਿਕਿਉਰਿਟੀ ਇਸ਼ੂਜ਼ ਚੱਲ ਰਹੇ ਨੇ ਉਹਨਾਂ ਦੇ ਨਾਲ ਟਾਈਮ ਟੂ ਟਾਈਮ ਐਡਜਸਟ ਕਰਨ ਦੇ ਲਈ ਬਚਣ ਦੇ ਲਈ ਵਾਇਰਸਿਸ ਤੋਂ ਆਪਣੇ ਆਪ ਨੂੰ ਅਪਡੇਟ ਕਰਦਾ ਰਹਿੰਦਾ ਹੈ ਸੋ ਫਿਰ ਆਉਂਦਾ ਮੋਬਾਈਲ ਆਪਰੇਟਿੰਗ ਸਿਸਟਮ ਆਪਾਂ ਨੇ ਕੰਪਿਊਟਰ ਆਪਰੇਟਿੰਗ ਸਿਸਟਮ ਤਾਂ ਪੜ੍ਹ ਲਿਆ ਸੋ ਮੈਂ ਸੋਚਿਆ ਕਿ ਤੁਹਾਨੂੰ ਜਿਹੜਾ ਇਹ ਟੌਪਿਕ ਹੈ ਇਹ ਵੀ ਇਸੇ ਦੇ ਅੰਦਰ ਕਰਵਾ ਦਾਂ ਸੋ ਦੈਟ ਤੁਹਾਡਾ ਫੁੱਲ ਫਲੈਜਡ ਪੂਰਾ ਦਾ ਪੂਰਾ ਆਪਰੇਟਿੰਗ ਸਿਸਟਮ ਦਾ ਜਿਹੜਾ ਟੌਪਿਕ ਹੈ ਉਹ ਇੱਕ ਜਗ੍ਹਾ ਤੇ ਇੱਕ ਹੀ ਵੀਡੀਓ ਦੇ ਅੰਦਰ ਕਵਰ ਅਪ ਹੋ ਜੇ ਸੋ ਮੋਬਾਈਲ ਫੋਨਸ ਕਹਿੰਦੇ ਆਪਣੀ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਨੇ ਆਲਮੋਸਟ ਆਪਾਂ ਸਾਰੇ ਜਾਣੇ ਆਪਣੇ ਦਿਨ ਦੀ ਸ਼ੁਰੂਆਤ ਹੀ ਮੋਬਾਈਲ ਫੋਨ ਚੱਕ ਕੇ ਕਰਦੇ ਹਾਂ ਸੋ ਹਰ ਦਿਨ ਨਵੇਂ ਮੋਬਾਈਲ ਫੋਨ ਨਵੇਂ ਆਪਰੇਟਿੰਗ ਸਿਸਟਮ ਦੇ ਲਾਂਚ ਹੁੰਦੇ ਰਹਿੰਦੇ ਨੇ ਜਿਨ੍ਹਾਂ 'ਚ ਅੱਡ-ਅੱਡ ਤਰ੍ਹਾਂ ਦੀ ਲੁੱਕ ਹੁੰਦੀ ਹੈ ਸਾਈਜ਼ ਅੱਡ ਹੁੰਦਾ ਫੈਸਿਲਿਟੀਜ਼ ਅੱਡ ਹੁੰਦੀਆਂ ਨੇ ਸੋ ਕਹਿੰਦੇ ਹਰ ਮੋਬਾਈਲ ਫੋਨ ਚਾਹੇ ਉਹ ਟੈਬਲੇਟ ਹੈ ਜਾਂ ਕੋਈ ਪਰਸਨਲ ਡਿਜੀਟਲ ਅਸਿਸਟੈਂਟ ਹੈ ਜਿਵੇਂ ਸਮਾਰਟ ਵਾਚ ਵਗੈਰਾ ਹੋ ਗਈਆਂ ਕਹਿੰਦੇ ਹਰ ਕਿਸੇ ਨੂੰ ਕੰਮ ਕਰਨ ਦੇ ਲਈ ਚੱਲਣ ਦੇ ਲਈ ਆਪਰੇਟਿੰਗ ਸਿਸਟਮ ਦੀ ਲੋੜ ਹੈ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਛੋਟੀ ਕੰਪਿਊਟਰ ਵਰਜ਼ਨ ਹੀ ਹੁੰਦੀਆਂ ਨੇ ਫੋਨ ਹੋ ਗਿਆ ਟੈਬਲੇਟ ਹੋ ਗਿਆ ਇਹਦੇ 'ਚ ਵੀ ਆਪਾਂ ਹਰ ਤਰ੍ਹਾਂ ਦੀ ਅੱਜਕੱਲ੍ਹ ਚੀਜ਼ ਕਰ ਸਕਦੇ ਹਾਂ ਸੋ ਕਹਿੰਦੇ ਜਿਹੜੇ ਇਹ ਡਿਵਾਈਸਿਸ ਨੇ ਮੋਬਾਈਲ ਨੇ ਇਹਨਾਂ ਨੂੰ ਚੱਲਣ ਦੇ ਲਈ ਜਿਹੜਾ ਆਪਰੇਟਿੰਗ ਸਿਸਟਮ ਚਾਹੀਦਾ ਹੈ ਉਹਦਾ ਨਾਮ ਹੈ ਮੋਬਾਈਲ ਆਪਰੇਟਿੰਗ ਸਿਸਟਮ ਸੋ ਸਭ ਤੋਂ ਕਾਮਨ ਤੁਸੀਂ ਦੇਖ ਸਕਦੇ ਹੋ ਐਂਡਰੋਇਡ ਸੋ ਐਂਡਰੋਇਡ ਇੱਕ ਫ੍ਰੀ ਓਪਨ ਸੋਰਸ ਸੌਫਟਵੇਅਰ ਹੈ ਤੇ ਜਿਹੜਾ ਇੰਪੋਰਟੈਂਟ ਕੁਐਸਚਨ ਇਹ ਬਣਦਾ ਵੀ ਐਂਡਰੋਇਡ ਨੂੰ ਡਿਵੈਲਪ ਕਿਹਨੇ ਕੀਤਾ ਸੋ ਇਹਨੂੰ ਕੀਤਾ ਗੂਗਲ ਨੇ ਸੋ ਇਹਦੇ ਜਿਹੜੀਆਂ ਲੈਂਗੁਏਜਸ ਯੂਜ਼ ਹੁੰਦੀਆਂ ਨੇ ਉਹ ਹੈਗੀਆਂ ਨੇ C++, Java ਤੇ ਜਿਹੜਾ ਲਾਈਨੈਕਸ ਆਪਰੇਟਿੰਗ ਸਿਸਟਮ ਹੈ ਇਹ ਉਹਦੀ ਫੈਮਿਲੀ ਦਾ ਹਿੱਸਾ ਹੈ ਸਭ ਤੋਂ ਪਹਿਲਾਂ ਐਂਡਰੋਇਡ ਕਿਹੜੇ ਸਾਲ ਦੇ ਵਿੱਚ ਰਿਲੀਜ਼ ਹੋਇਆ ਸੋ ਇਹ ਹੋਇਆ ਸਤੰਬਰ 23 2008 ਵਿੱਚ ਤੇ ਇਹਦਾ ਲੇਟੈਸਟ ਵਰਜ਼ਨ ਆਇਆ ਸੀ 2012 ਜਿਹਨੂੰ ਆਪਾਂ ਕਿਹਾ ਐਂਡਰੋਇਡ 4.2 ਜੈਲੀ ਬੀਨ ਸੋ ਹੁਣ ਤਾਂ ਬਹੁਤ ਸਾਰੇ ਆਉਂਦੇ ਰਹਿੰਦੇ ਨੇ ਟਾਈਮ ਟੂ ਟਾਈਮ ਐਂਡਰੋਇਡ ਆਪਦੇ ਨੂੰ ਅਪਡੇਟ ਕਰਦਾ ਰਹਿੰਦਾ ਜਿਵੇਂ ਜਿਵੇਂ ਆਪਾਂ ਨਵੇਂ ਫੋਨਸ ਖਰੀਦਦੇ ਰਹਿੰਦੇ ਆਪਾਂ ਦੇਖਦੇ ਹਾਂ ਕਿ ਉਹਨਾਂ ਜਿਹੜਾ ਐਂਡਰੋਇਡ ਸਿਸਟਮ ਹੈ ਉਹ ਲੇਟੈਸਟ ਆਈ ਜਾਂਦਾ ਹੈ ਸੋ ਕਹਿੰਦੇ ਹੋਰ ਜਿਹੜੇ ਅਰਲੀਅਰ ਰਿਲੀਜ਼ਡ ਵਰਜ਼ਨ ਸੀਗੇ ਉਹ ਸੀਗੇ ਜਿਹੜੇ ਸਟਾਰਟਿੰਗ ਜਦੋਂ ਐਂਡਰੋਇਡ ਆਇਆ ਇੱਕ ਤਾਂ ਆਪਾਂ ਨੇ ਪੜ੍ਹ ਲਿਆ ਜੈਲੀ ਬੀਨ ਇੱਕ ਆ ਗਿਆ ਕਪਕੇਕ ਡੋਮਿਟ ਸੋ ਪੇਪਰ 'ਚ ਮੈਂ ਬਹੁਤ ਵਾਰੀ ਦੇਖਿਆ ਕਿ ਇਹ ਕੁਐਸਚਨ ਆਇਆ ਕਿ ਜੈਲੀ ਬੀਨ ਕੀ ਹੈ ਕਪਕੇਕ ਕੀ ਹੈ ਸੋ ਜਦੋਂ ਤੱਕ ਆਪਾਂ ਨੇ ਚੀਜ਼ਾਂ ਨੂੰ ਪੜ੍ਹਿਆ ਨਹੀਂ ਹੋਇਆ ਆਪਣੇ ਦਿਮਾਗ 'ਚ ਨਹੀਂ ਆਉਂਦਾ ਵੀ ਕਪਕੇਕ ਕਿਸੇ ਇੱਕ ਤਰ੍ਹਾਂ ਦੇ ਐਂਡਰੋਇਡ ਵਰਜ਼ਨ ਦਾ ਨਾਮ ਵੀ ਹੋ ਸਕਦਾ ਹੈ ਸੋ ਤੁਸੀਂ ਇਹ ਜਿਹੜੇ ਛੋਟੇ-ਛੋਟੇ ਵਰਡਸ ਨੇ ਨਾਮ ਨੇ ਇਹਨਾਂ ਨੂੰ ਬਿਲਕੁਲ ਮਿਸ ਨਹੀਂ ਕਰਨਾ ਐਗਜ਼ਾਮ ਦੇ ਵਿੱਚ ਏਦਾਂ ਦੇ ਹੀ ਅਨਐਕਸਪੈਕਟਡ ਚੀਜ਼ਾਂ ਨੂੰ ਚੱਕ ਕੇ ਹੀ ਕੁਐਸਚਨ ਤਿਆਰ ਕੀਤੇ ਜਾਂਦੇ ਨੇ ਸੋ ਹੁਣ ਆਪਾਂ ਨੂੰ ਪਤਾ ਹੈ ਕਿ ਜੋ ਵੀ HTC Samsung ਜੋ ਵੀ ਫੋਨਸ ਨੇ ਆਪਣੇ ਉਹਨਾਂ ਸਾਰਿਆਂ ਦੇ ਵਿੱਚ ਮੋਸਟਲੀ ਐਂਡਰੋਇਡ ਦਾ ਹੀ ਵਰਜ਼ਨ ਹੁੰਦਾ ਸੋ ਫਿਰ ਇੱਕ ਹੋਰ ਆਉਂਦਾ ਸਿੰਬੀਅਨ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਸੀ ਜਦੋਂ ਆਪਾਂ ਨੋਕੀਆ ਦੇ ਫੋਨ ਯੂਜ਼ ਕਰਦੇ ਸੀ ਸੋ ਕਹਿੰਦੇ ਸਿੰਬੀਅਨ ਕੀ ਹੈ ਇੱਕ ਇਹੋ ਜਿਹਾ ਆਪਰੇਟਿੰਗ ਸਿਸਟਮ ਹੈ ਜਿਹਨੂੰ ਸਿੰਬੀਅਨ ਫਾਊਂਡੇਸ਼ਨ ਨੇ ਹੀ ਡਿਜ਼ਾਈਨ ਕੀਤਾ ਤੇ ਹੁਣ ਇਹਨੂੰ ਕੌਣ ਮੇਨਟੇਨ ਕਰ ਰਿਹਾ ਇਸ ਟਾਈਮ ਐਕਸੈਂਚਰ ਕੰਪਨੀ ਬਹੁਤ ਇੰਪੋਰਟੈਂਟ ਨੇਮ ਹੈ ਸੌਫਟਵੇਅਰ ਵਰਲਡ ਦੇ ਵਿੱਚ ਐਕਸੈਂਚਰ ਦਾ ਬਹੁਤ ਵੱਡਾ ਨਾਮ ਹੈ ਸੋ ਜਿਹੜੀ ਐਂਡਰੋਇਡ ਆਉਣ ਤੋਂ ਪਹਿਲਾਂ
Symbian ਇੰਪੋਰਟੈਂਟ ਸੀ, ਇਹ ਫੇਮਸ ਸੀ, ਇਹ ਪਪੂਲਰ ਸੀ। ਸੋ ਐਂਡਰੋਇਡ ਤਾਂ 2010 ਵਿੱਚ ਆ ਕੇ ਪਪੂਲਰ ਹੋਇਆ। ਉਸ ਤੋਂ ਪਹਿਲਾਂ ਸਿੰਬੀਅਨ ਆਪਰੇਟਿੰਗ ਸਿਸਟਮ ਹੀ ਚੱਲਦਾ ਸੀ। ਜਿੰਨੇ ਸੋਨੀ ਰਿਕਸਨ ਦੇ, ਜਿੰਨੇ ਨੋਕੀਆ ਦੇ ਤੁਸੀਂ ਦੇਖਿਆ ਪੁਰਾਣੇ ਫੋਨ ਸੀ, ਸਾਰਿਆਂ ਦੇ ਵਿੱਚ ਸਿੰਬੀਅਨ ਆਪਰੇਟਿੰਗ ਸਿਸਟਮ ਸੀ। ਸੋ ਤੁਹਾਨੂੰ ਇਹ ਚੀਜ਼ ਟਿਪਸ ਤੇ ਹੋਣੀ ਚਾਹੀਦੀ ਹੈ ਵੀ ਸਿੰਬੀਅਨ ਕੀ ਹੈ, ਇੱਕ ਮੋਬਾਈਲ ਆਪਰੇਟਿੰਗ ਸਿਸਟਮ ਹੈ। ਨੋਕੀਆ, ਸੋਨੀ ਰਿਕਸਨ ਇਹਨਾਂ ਦੇ ਵਿੱਚ ਮੇਜਰਲੀ ਇਹ ਪਾਇਆ ਜਾਂਦਾ ਸੀ ਤੇ ਇਹਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜ ਸੀ C++। ਤੇ ਕਹਿੰਦੇ ਜਿਹੜਾ ਲੇਟੈਸਟ ਫੋਨ ਹੈ, ਇਸ ਦੇ ਲੇਟੈਸਟ ਵਰਜ਼ਨ ਦੇ ਨਾਲ ਉਹਦਾ ਨਾਮ ਹੈ ਨੋਕੀਆ 808 ਪਿਓਰ ਵਿਊ। ਆਪਾਂ ਨੇ ਫੋਨ ਦਾ ਨਾਮ ਯਾਦ ਰੱਖਣਾ ਹੈ ਕਿ ਸਿੰਬੀਅਨ ਦਾ ਲੇਟੈਸਟ ਵਰਜ਼ਨ ਕਿਹੜੇ ਫੋਨ 'ਚ ਚੱਲ ਰਿਹਾ। ਸੋ ਕਹਿੰਦੇ ਜਿਹੜਾ ਸਿੰਬੀਅਨ ਹੈ ਉਹ ਹੌਲੀ ਹੌਲੀ ਉਹਨੇ ਆਪਣੀ ਜਿਹੜੀ ਪਪੂਲੈਰਿਟੀ ਹੈ ਉਹ ਖੋਣੀ ਸ਼ੁਰੂ ਕਰਤੀ ਸੀ। ਫਿਰ ਨੋਕੀਆ ਨੇ ਵੀ ਕੀ ਕੀਤਾ, ਆਪਣੇ ਆਪ ਨੂੰ ਸਿੰਬੀਅਨ ਤੋਂ ਸਵਿਚ ਕਰਕੇ ਹਟਾ ਕੇ ਨਵੇਂ ਫੋਨਸ ਵੱਲ ਲੈ ਗਿਆ ਤੇ ਉਹਨੇ ਵਿੰਡੋ ਆਪਰੇਟਿੰਗ ਸਿਸਟਮ ਵੱਲ ਸਵਿਚ ਕਰ ਲਿਆ। ਨੋਕੀਆ ਨੇ ਵੀ ਸਿੰਬੀਅਨ ਨੂੰ ਛੱਡ ਕੇ ਤੇ ਉਹਨੇ ਆਪਣੇ ਫੋਨਸ ਦਾ ਨਾਮ ਰੱਖਤਾ ਲੂਮੀਆ 800, ਲੂਮੀਆ 710। ਸੋ ਤੁਸੀਂ ਦੇਖਿਆ ਕਿ ਜਿਹੜੇ ਥੋੜੇ ਹੀ ਟਾਈਮ ਪਹਿਲਾਂ ਹੀ ਨੋਕੀਆ ਨੇ ਆਪਣੇ ਫੋਨ ਲਾਂਚ ਕੀਤੇ ਸੀ, ਇਹਨਾਂ ਦੇ ਵਿੱਚ ਹੁਣ ਸਿੰਬੀਅਨ ਦੀ ਬਜਾਏ ਵਿੰਡੋ ਆਪਰੇਟਿੰਗ ਸਿਸਟਮ ਆ ਗਿਆ ਤੇ ਇਹਨਾਂ ਦਾ ਨਾਮ ਨੋਕੀਆ ਛੱਡ ਕੇ ਰੱਖਤਾ ਲੂਮੀਆ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ ਕਿ ਲੂਮੀਆ ਨੋਕੀਆ ਦਾ ਹੀ ਇੱਕ ਰੀਪਲੇਸਡ ਵਰਜ਼ਨ ਹੈ ਆਪਰੇਟਿੰਗ ਸਿਸਟਮ ਦਾ। ਸੋ ਆਪਾਂ ਲਾਸਟ ਵਿੱਚ ਮੈਂ ਤੁਹਾਨੂੰ ਕੁਝ ਹੋਰ ਇੰਪੋਰਟੈਂਟ ਫੋਨਾਂ ਦੀਆਂ ਕੰਪਨੀਆਂ ਤੇ ਉਹ ਕਿਹੜੇ-ਕਿਹੜੇ ਆਪਰੇਟਿੰਗ ਸਿਸਟਮ ਯੂਜ਼ ਕਰਦੇ ਨੇ, ਕਿਉਂਕਿ ਐਗਜ਼ਾਮ ਦੇ ਵਿੱਚ ਜਾਂ ਤਾਂ ਤੁਹਾਨੂੰ ਵਨ ਵਰਡ 'ਚ ਆ ਸਕਦਾ ਹੈ, ਮੈਚ ਦੀ ਫੋਲੋਇੰਗ ਵਿੱਚ ਆ ਸਕਦਾ ਹੈ। ਸੋ ਆਪਾਂ ਬਿਲਕੁਲ ਮਿਸ ਨਹੀਂ ਕਰ ਸਕਦੇ ਜਿੰਨੇ ਵੀ ਆਪਣੇ ਪਪੂਲਰ ਫੇਮਸ ਮੋਬਾਈਲ ਫੋਨਸ ਨੇ ਉਹਨਾਂ ਦੇ ਆਪਰੇਟਿੰਗ ਸਿਸਟਮਸ ਦੇ ਨਾਮ। So various other operating systems for mobile phone are available in the market, although not as popular as Android। ਕਹਿੰਦੇ Android ਦੀ popularity ਤਾਂ ਅਲੱਗ ਹੀ ਹੈ, ਉਹਦੇ ਜਿੰਨੇ popular ਨਹੀਂ ਹੈਗੇ। Android maximum portion of population use ਕਰ ਰਹੀ ਹੈ, ਪਰ ਕਹਿੰਦੇ ਕੁਝ ਹੋਰ operating system ਨੇ ਜਿਹੜੇ ਫੋਨਾਂ 'ਚ ਵਰਤੇ ਜਾਂਦੇ ਨੇ, ਜਿਵੇਂ Samsung Electronics ਦੇ ਵਿੱਚ ਇੱਕ ਬਾਡਾ ਨਾਮ ਦਾ operating system ਵਰਤਿਆ ਜਾਂਦਾ ਹੈ। BlackBerry OS ਇਹ ਰਿਮ ਤੋਂ ਆਇਆ। ਫਿਰ ਐਪਲ, ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ iOS, ਜਿੰਨੇ ਵੀ ਐਪਲ ਦੇ ਆਈਫੋਨ ਹੈ, ਆਈਪੌਡ ਹੈ, ਆਈਪੈਡ ਹੈ, ਸਮਾਰਟ ਵਾਚ ਹੈ, ਸਾਰਿਆਂ ਦੇ ਵਿੱਚ iOS ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਐਂਡਰੋਇਡ ਤੋਂ ਬਾਅਦ ਜਿਹੜਾ ਦੂਜੇ ਨੰਬਰ ਤੇ ਸਭ ਤੋਂ ਫੇਮਸ ਕਾਮਨਲੀ ਯੂਜ਼ਡ ਹੈ ਉਹ ਹੈ iOS। ਫਿਰ ਹੈ ਵਿੰਡੋਜ਼ ਮਾਈਕਰੋਸਾਫਟ ਦਾ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਐਗਜ਼ਾਮ ਦੇ ਵਿੱਚ ਤਿੰਨ ਚਾਰ ਵਾਰੀ ਆਲਰੇਡੀ ਆ ਚੁੱਕਿਆ ਹੈ ਕਿ ਵਿੰਡੋਜ਼ ਕਿਹੜੀ ਕੰਪਨੀ ਦੇ ਅੰਦਰ ਆਉਂਦਾ। ਸੋ ਮਾਈਕਰੋਸਾਫਟ ਦਾ ਵਿੰਡੋ। ਸੋ ਇਹ ਸੀ ਆਪਣਾ ਅੱਜ ਦਾ ਪੂਰਾ ਐਕਸਕਲੂਸਿਵ ਡੀਟੇਲਡ ਟੌਪਿਕ ਔਨ ਆਪਰੇਟਿੰਗ ਸਿਸਟਮ। ਆਈ ਹੋਪ ਤੁਹਾਨੂੰ ਪੂਰਾ ਕਨਸੈਪਟ ਆਸਾਨੀ ਨਾਲ ਸਮਝ ਆ ਗਿਆ ਹੋਊਗਾ। ਤੇ ਮੈਂ ਦੁਬਾਰਾ ਕਹਿ ਰਹੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਟੌਪਿਕ ਨੂੰ ਪੜ੍ਹਨਾ ਹੈ, ਕਿੰਨਾ ਹੀ ਟੈਕਨੀਕਲ ਹੋਵੇ, ਤੁਸੀਂ ਕੋਸ਼ਿਸ਼ ਕਰੋ ਉਹਨੂੰ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਨਾਲ ਰਿਲੇਟ ਕਰਕੇ ਸਮਝੋ। ਇਹਦੇ ਨਾਲ ਤੁਹਾਨੂੰ ਚੀਜ਼ਾਂ ਪੂਰੀਆਂ ਕ੍ਰਿਸਟਲ ਕਲੀਅਰ ਹੋ ਜਾਣਗੀਆਂ ਦਿਮਾਗ 'ਚ। So this was all about our today's lecture. I hope you liked the video. Please keep supporting my channel Victor's Knowledge. Do like, share and comment. Thank you and good luck.